ਡਾਕਟਰ ਅਮਰਜੀਤ ਸਿੰਘ ਗੋਰਖੀ ਦਾ ਨੋਵਲ ਜਿੱਥੇ ਗਈਆਂ ਬੇੜੀਆਂ, ਚੌਥਾ ਭਾਗ, ਪਹਿਲਾ ਅੰਕ। ਅੱਜ ਮੈਨੂੰ ਕੁੰਦਨ ਤੇ ਪਹਿਲੀ ਵਾਰੀ ਰੰਜ ਆਇਆ। ਸ਼ਾਇਦ ਇੰਨੇ ਸਾਲਾਂ ਦੇ ਸਾਥ ਵਿੱਚ ਜਿਹੜਾ ਵਿਸ਼ਵਾਸ ਮੇਰੇ ਮਨ 'ਚ ਬੱਝਾ ਸੀ, ਉਹ ਵਿਸ਼ਵਾਸ ਇੰਨੀ ਕੁ ਗੱਲ ਪਿੱਛੇ ਟੁੱਟਣਾ ਨਹੀਂ ਸੀ ਚਾਹੀਦਾ। ਪਰ ਨਹੀਂ, ਇਹ ਗੱਲ ਕੋਈ ਛੋਟੀ ਜਿਹੀ ਵੀ ਨਹੀਂ। ਮੈਨੂੰ ਪਤਾ ਲੱਗਾ ਕੁੰਦਨ ਨੇ ਆਪ ਦੱਸਿਆ ਕਿ ਉਹਨਾਂ ਦੇ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਏ ਸਨ। ਹੈਸਨ ਭਾਵੇਂ ਇੱਕੋ ਰਾਤ ਦੇ। ਜਿਸ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗਾ ਉਸ ਦਿਨ ਮੈਂ ਬੜਾ ਰੋਈ ਸਾਂ। ਅਸਲ 'ਚ ਇਹ ਗੱਲ ਮੈਨੂੰ ਕੁੰਦਨ ਨੇ ਆਪੇ ਹੀ ਦੱਸ ਦਿੱਤੀ ਸੀ। ਪਤਾ ਨਹੀਂ ਕਿਉਂ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਇੱਕ ਵਾਰ ਤੇ ਮੈਂ ਠਠੰਬਰ ਜੀ ਗਈ ਸੀ, ਚੁੱਪ ਦੀ ਚੁੱਪ। ਤੇ ਕੁੰਦਨ ਵੱਲੋਂ ਅੱਗੇ ਗੱਲ ਤੋਰਨ ਦੇ ਯਤਨ ਦੇ ਬਾਵਜੂਦ ਮੈਂ ਕੁਝ ਬੋਲ ਨਹੀਂ ਸੀ ਸਕੀ। ਹਾਂ ਵੀ ਨਹੀਂ ਸੀ ਹੋਈ ਮੈਥੋਂ। ਇਹ ਤੇ ਚੰਗਾ ਹੈ ਕਿ ਮੈਨੂੰ ਇਹ ਗੱਲ ਕਿਸੇ ਹੋਰ ਕੋਲੋਂ ਪਤਾ ਲੱਗਣ ਦੀ ਬਜਾਏ ਕੁੰਦਨ ਦੇ ਆਪਣੇ ਮੂੰਹੋਂ ਹੀ ਪਤਾ ਲੱਗੀ। ਜੇ ਕੋਈ ਮੈਨੂੰ ਇਹ ਗੱਲ ਦੱਸਦਾ ਤਾਂ ਮੈਨੂੰ ਇਤਬਾਰ ਹੀ ਨਹੀਂ ਸੀ ਆਉਣਾ। ਮੈਂ ਕਹਿਣਾ ਸੀ ਇਹ ਗੱਲ ਹੋ ਹੀ ਨਹੀਂ ਸਕਦੀ, ਤੈਨੂੰ ਭੁਲੇਖਾ ਲੱਗਾ ਹੋਣਾ। ਤੇ ਜੇ ਅੱਗੋਂ ਗੱਲ ਦੱਸਣ ਵਾਲਾ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਇਹ ਗੱਲ ਉਹਦੇ ਮੂੰਹ ਤੇ ਨਹੀਂ ਸੀ ਮੰਨਣੀ। ਪਰ ਮੇਰੇ ਮਨ 'ਚ ਸੰਦੇਹ ਦਾ ਬੀਜ ਬੀਜਿਆ ਜਾਣਾ ਸੀ। ਮੈਨੂੰ ਕੁੰਦਨ ਤੇ ਇੰਨਾ ਇਤਬਾਰ ਸੀ ਕਿ ਸੰਦੇਹ ਹੋਣ ਤੇ ਵੀ ਮੈਂ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਸੀ। ਨਹੀਂ, ਇਹ ਗੱਲ ਝੂਠੀ ਹੈ ਤੇ ਸਾਡੀ ਖੁਸ਼ੀਆਂ ਭਰੀ ਜ਼ਿੰਦਗੀ 'ਚ ਤੀਲੀ ਲਾਉਣ ਦੀ ਕੋਸ਼ਿਸ਼ ਹੋਈ ਹੈ। ਪਰ ਇੰਨਾ ਕੁਝ ਸੋਚ ਕੇ ਵੀ ਮੇਰਾ ਮਨ ਟਿਕਾਣੇ ਨਹੀਂ ਸੀ ਆਉਣਾ। ਹੁਣ ਤੇ ਭਲਾ ਇਹ ਗੱਲ ਮੈਨੂੰ ਕੁੰਦਨ ਨੇ ਆਪ ਦੱਸੀ ਸੀ, ਕਿਵੇਂ ਨਾ ਮੰਨਦੀ। ਉਂਝ ਮੈਨੂੰ ਇਹ ਸਮਝ ਨਹੀਂ ਆਈ ਕਿ ਕੁੰਦਨ ਨੇ ਇਹ ਗੱਲ ਮੈਨੂੰ ਦੱਸੀ ਕਿਉਂ। ਕਿ ਉਹ ਮੰਨਦਾ ਸਾਫ਼ ਹੈ ਕਿ ਉਹ ਆਪਣੇ ਆਪ ਨੂੰ ਦੋਸ਼ੀ ਸਮਝਦਾ ਹੈ ਤੇ ਮੈਨੂੰ ਦੱਸ ਕੇ ਦੋਸ਼ ਭਾਵਨਾ ਤੋਂ ਮੁਕਤ ਹੋਣਾ ਚਾਹੁੰਦਾ ਹੈ। ਸੱਚ ਬੋਲਣ ਨਾਲ ਬੰਦਾ ਦੋਸ਼ ਤੋਂ ਮੁਕਤ ਹੋ ਜਾਂਦਾ ਹੈ। ਕਿ ਸੱਚ ਬੋਲ ਕੇ ਮੁਕਤ ਹੋਣਾ ਸੌਖਾ ਰਾਹ ਨਹੀਂ। ਇਸ ਤਰ੍ਹਾਂ ਆਪਣੇ ਆਪ ਗਲੋਂ ਲਾਹ ਕੇ ਦੂਜੇ ਦੇ ਗਲ ਬਲਾ ਪਾਉਣ ਵਾਲੀ ਗੱਲ ਨਹੀਂ ਹੋ ਜਾਂਦੀ। ਉਹਨੇ ਸੱਚ ਬੋਲ ਕੇ ਆਪਣਾ ਭਾਰ ਲਾ ਦਿੱਤਾ, ਪਰ ਮੇਰੇ ਮਨ ਦਾ ਬੋਝ ਤੇ ਦੁੱਖ ਵਧਾ ਦਿੱਤਾ ਕਿ ਮੈਂ ਉਹਦੇ ਨਾਲੋਂ ਵੱਖ ਹੋਣ ਬਾਰੇ ਸੋਚ ਸਕਦੀ ਹਾਂ। ਇਸ ਉਮਰੇ ਵੱਖਰਾ ਹੋਇਆ ਜਾ ਸਕਦਾ ਹੈ। ਮੇਰੇ ਬਿਨਾਂ ਉਹ ਜੀ ਸਕੇਗਾ, ਮੈਂ ਉਹਦੇ ਬਿਨਾਂ ਰਹਿ ਸਕਾਂਗੀ। 30 ਸਾਲਾਂ ਦੀ ਸਾਂਝ ਇਸ ਇੱਕ ਗੱਲੇ ਤੋੜੀ ਜਾ ਸਕਦੀ ਹੈ। ਮੈਂ ਤੇ ਭਲਾ ਗੁਜ਼ਾਰਾ ਕਰ ਲਾਂਗੀ ਆਪਣੀ ਵਕਾਲਤ ਕਰਕੇ। ਉਹ ਪਾਰਟੀ ਵੱਲੋਂ ਮਿਲਦੀ ਤਨਖਾਹ ਦੇ ਸਿਰ ਤੇ ਜਿਉਂਦਾ ਰਹਿ ਸਕੇਗਾ। ਮੈਂ ਕਿਉਂ ਪਈ ਉਹਦੀ ਚਿੰਤਾ 'ਚ ਘੁਲਣੀ ਪਈ ਹਾਂ। ਤੇ ਅਸਲ 'ਚ ਬੰਦਾ ਆਪਣੇ ਨਿਤਨੇਮ 'ਚ ਭੁਲਾ ਹੀ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਇੱਕੋ ਟੋਰੇ ਨਹੀਂ ਟੁਰਦੀ ਰਹਿੰਦੀ। ਤੇ ਜਦੋਂ ਸਾਡੀ ਸ਼ਾਦੀ ਹੋਈ ਹੈ ਉਦੋਂ ਅਸੀਂ ਫੈਸਲਾ ਕੀਤਾ ਸੀ ਕਿ ਅਸੀਂ ਦੋਵੇਂ ਪਾਰਟੀ ਦੇ ਕੁੱਲ ਵਕਤੀ ਕਾਰਕੁਨ ਰਹਾਂਗੇ। ਕੁੰਦਨ ਟੈਕਸਟਾਈਲ ਵਰਕਰਸ ਨਾਲ ਕੰਮ ਕਰਦਾ ਸੀ ਤੇ ਮੈਂ ਇਸਤਰੀ ਦਲ ਲਈ ਕੰਮ ਕਰਦੀ ਸਾਂ। ਸਵੇਰੇ ਨਿਕਲ ਜਾਣਾ, ਸ਼ਾਮ ਨੂੰ ਜਾਂ ਰਾਤੀ ਦੇਰ ਨਾਲ ਪਰਤਣਾ, ਰਲ ਮਿਲ ਕੇ ਰੋਟੀ ਪਕਾ ਕੇ ਖਾਣੀ ਤੇ ਫਿਰ ਗੱਲੀ ਬਾਤੀ ਲੱਗੇ ਸੌਂ ਜਾਣਾ। ਸਵੇਰੇ ਉੱਠ ਕੇ ਚਾਹ ਪੀਣੀ, ਨਾਸ਼ਤਾ ਕਰਕੇ ਫਿਰ ਨਿਕਲ ਜਾਣਾ। ਸੁਹਾਗ ਰਾਤ ਜਾਂ ਹਨੀਮੂਨ ਆਪਣੇ ਇਸ ਲਗਨ ਦੇ ਲੇਖੇ ਲੱਗ ਗਿਆ। ਕਦੀ ਪਿਤਾ ਜੀ ਸਾਨੂੰ ਬੁਲਾ ਲੈਂਦੇ। ਜਿਸ ਰਾਤ ਅਸੀਂ ਉੱਧਰ ਹੁੰਦੇ ਉਸ ਦਿਨ ਅਸੀਂ ਦੇਰ ਨਾਲ ਉੱਠਦੇ ਤੇ ਆਰਾਮ ਨਾਲ ਬਗੀਚੇ 'ਚ ਬਹਿ ਕੇ ਚਾਹ ਪੀਂਦੇ ਤੇ ਮੱਖਣ ਪਰੌਂਠੀ ਤੇ ਦੁੱਧ ਦੇ ਗਲਾਸ ਦਾ ਰੱਜਵਾਂ ਨਾਸ਼ਤਾ ਕਰਕੇ ਨਿਕਲਦੇ। ਮਾਤਾ ਨੇ ਲਾਡ ਭਰੀਆਂ ਅੱਖਾਂ ਨਾਲ ਸਾਨੂੰ ਘਰੋਂ ਨਿਕਲਦਿਆਂ ਤੱਕਦੇ ਰਹਿਣਾ। ਵਿਆਹ ਤੇ ਹੋਇਆ ਵੀ ਇਲੈਕਸ਼ਨਾਂ ਦੇ ਦਿਨਾਂ 'ਚ ਸੀ। ਹਨੀਮੂਨ ਕਿੱਥੇ ਹੋਣਾ ਸੀ। ਕੁੰਦਨ ਆਪ ਅਸੈਂਬਲੀ ਦੀਆਂ ਚੋਣਾਂ ਲੜਦਾ ਪਿਆ ਸੀ ਤੇ ਜਦੋਂ ਅਸੀਂ ਸ਼ਾਦੀ ਕਰਾਉਣ ਦਾ ਇਰਾਦਾ ਕੀਤਾ, ਉਸ ਸ਼ਾਮ ਜਦੋਂ ਕੁੰਦਨ ਨੇ ਮੈਨੂੰ ਬੂਹੇ ਤੇ ਉਤਾਰ ਕੇ ਆਪਣਾ ਸਾਈਕਲ ਮੋੜ ਕੇ ਚਲਾ ਗਿਆ ਤਾਂ ਹੁਣ ਇਹ ਗੱਲ ਮੇਰੇ ਜ਼ਿੰਮੇ ਲੱਗੀ ਕਿ ਮੈਂ ਇਸ ਫੈਸਲੇ ਦੀ ਖਬਰ ਆਪਣੇ ਮਾਪਿਆਂ ਨੂੰ ਦੇਵਾਂ। ਕਿਵੇਂ ਇਹ ਖਬਰ ਦੇਵਾਂ? ਭਾਵੇਂ ਮੈਂ ਡੈਡੀ ਨੂੰ ਚਿੱਠੀ ਲਿਖ ਚੁੱਕੀ ਸੀ ਕਿ ਮੈਨੂੰ ਇੱਕ ਲੜਕਾ ਪਸੰਦ ਆਇਆ, ਪਰ ਹਾਲੇ ਤੱਕ ਉਹਨਾਂ ਨੇ ਮੇਰੇ ਕੋਲੋਂ ਸਿੱਧਾ ਨਹੀਂ ਸੀ ਪੁੱਛਿਆ ਇਹ ਮੁੰਡਾ ਕੌਣ ਹੈ। ਉਹਨਾਂ ਨੇ ਕੋਈ ਅਟਕਲ ਤੇ ਲਾਈਓ ਹੋਣੀ ਹੈ, ਕਿਉਂਕਿ ਇੱਕ ਸ਼ਾਮ ਦੇਰ ਨਾਲ ਘਰੇ ਮੁੜੀ ਨੂੰ ਪਿਤਾ ਜੀ ਕਹਿਣ ਲੱਗੇ, ਮੈਂ ਅੱਜ ਤੇਰੇ ਆਉਣ ਤੋਂ ਪਹਿਲਾਂ ਰੇਡੀਓ ਤੇ ਇੱਕ ਡਰਾਮਾ ਸੁਣਿਆ। ਘਰ 'ਚ ਰਹਿੰਦੇ ਬੱਚੇ ਬਾਹਰ ਰਹਿੰਦੀ ਭੈਣ ਨੂੰ ਉਡੀਕਦੇ ਨੇ ਕਿ ਭੈਣ ਆਉਣ ਵਾਲੀ ਹੈ ਤੇ ਉਹ ਆਉਂਦੀ ਨਹੀਂ ਤੇ ਸਾਰੇ ਉਹਦੇ ਨਾ ਆਉਣ ਬਾਰੇ ਵੱਖਰੀਆਂ ਅਟਕਲਾਂ ਲਾਉਂਦੇ ਨੇ। ਅਚਾਨਕ ਘਰ ਤੋਂ ਬਾਹਰ ਟਾਂਗਾ ਆ ਕੇ ਰੁਕਦਾ ਤੇ ਭੈਣ ਆਉਂਦੀ ਏ। ਉਹ ਘਰ ਅੰਦਰ ਆ ਕੇ ਦੱਸਦੀ ਏ ਕਿ ਉਹਨੇ ਕਾਰਖਾਨੇ ਦੇ ਮਜ਼ਦੂਰ ਰਾਮੂ ਨਾਲ ਸ਼ਾਦੀ ਕਰ ਲਈ ਹੈ। ਮੈਂ ਜਾ ਰਹੀ ਹਾਂ। ਉਹ ਚਲੀ ਜਾਂਦੀ ਹੈ। ਡੈਡੀ ਨੇ ਮੈਨੂੰ ਉਸੇ ਸ਼ਾਮ ਹੀ ਪੁੱਛਿਆ ਸੀ, ਸੋਨੀਆ ਕਿਧਰੇ ਉਹ ਰਾਮੂ ਕੁੰਦਨ ਹੀ ਤੇ ਨਹੀਂ? ਮੈਨੂੰ ਯਾਦ ਹੈ ਕਿ ਮੈਂ ਚੁੱਪ ਰਹੀ ਸਾਂ, ਕੋਈ ਜਵਾਬ ਨਹੀਂ ਸੀ ਦਿੱਤਾ। ਕਹਿੰਦੀ ਵੀ ਕੀ? ਮੈਨੂੰ ਆਪ ਨੂੰ ਹੀ ਨਹੀਂ ਸੀ ਪਤਾ ਕਿ ਮੈਂ ਕੀ ਚਾਹੁੰਦੀ ਹਾਂ। ਕੁੰਦਨ ਨੇ ਤੇ ਅਖੀਰ ਤੱਕ ਇਹੀ ਕਿਹਾ ਸੀ, ਸੋਚ ਲੈ, ਸਾਰੀ ਜ਼ਿੰਦਗੀ ਦਾ ਮਾਮਲਾ ਹੈ, ਕਿਧਰੇ ਅਸੀਂ ਕਾਹਲ ਤੇ ਨਹੀਂ ਕਰ ਰਹੇ। ਸ਼ਾਇਦ ਉਹ ਵੀ ਕਿਸੇ ਦੁਬਦਾ ਵਿੱਚ ਸੀ, ਪਰ ਜਦੋਂ ਮੈਂ ਫੈਸਲਾ ਕੀਤਾ ਉਸ ਤੋਂ ਬਾਅਦ ਮੇਰੇ ਮਨ 'ਚ ਕੋਈ ਦੁਬਦਾ ਨਹੀਂ ਸੀ, ਹੋ ਵੀ ਨਹੀਂ ਸੀ ਸਕਦੀ, ਕਿਉਂਕਿ ਜਿੰਨੇ ਮੁੰਡੇ ਮੈਂ ਵੇਖੇ ਸਨ
ਉਹ ਸਾਰੇ ਕਿਸੇ ਨਾ ਕਿਸੇ ਗੱਲੋਂ ਊਣੇ ਸਨ। ਇੱਕ ਵੱਡੇ ਅਫਸਰ ਨੂੰ ਤੇ ਮੈਂ ਇਹ ਕਹਿ ਕੇ ਡਰਾ ਕੇ ਭਜਾ ਦਿੱਤਾ ਸੀ, ਮੈਂ ਕਮਿਊਨਿਸਟ ਹਾਂ ਤੇ ਵਿਆਹ ਤੋਂ ਪਿੱਛੋਂ ਪਾਰਟੀ ਦਾ ਕੰਮ ਕਰਦੇ ਰਹਿਣਾ। ਪਹਿਲਾਂ ਉਹ ਮੇਰੇ ਵੱਲ ਹੈਰਾਨੀ ਨਾਲ ਤੱਕਿਆ ਸੀ ਤੇ ਫਿਰ ਭੱਜ ਖਲੋਤਾ ਸੀ, ਸੋਚ ਕੇ ਦੱਸਾਂਗਾ। ਸੋਚਦਾ ਰਿਹਾ ਤੇ ਅੱਜ ਕੁੰਦਨ ਨੇ ਮੈਨੂੰ ਸੋਚੀ ਪਾ ਦਿੱਤਾ। ਜਿਹੋ ਜਿਹੇ ਹਾਲਾਤ ਨੇ ਉਸ ਹਿਸਾਬ ਨਾਲ ਤੇ ਮੇਰੇ ਕੋਲ ਕੀ ਕਰਨ ਜੋਗਾ ਹੈ। ਬੱਚੇ ਵੱਡੇ ਹੋ ਗਏ ਨੇ, ਆਪੋ ਆਪਣੇ ਘਰੇ ਸੁਖੀ ਨੇ। ਉਹਨਾਂ ਦੇ ਸੁੱਖ ਦੁੱਖ ਨੂੰ ਵੇਖ ਕੇ ਤੇ ਬੰਦਾ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਕਰ ਸਕਦਾ। ਜੇ ਮੈਂ ਹੁਣ ਕੁੰਦਨ ਨਾਲੋਂ ਵੱਖ ਹੋਣ ਦੀ ਸੋਚਾਂ ਤਾਂ ਕਿ ਮੈਂ ਆਪਣੇ ਜਵਾਨ ਵਿਆਹੇ ਵਰੇ ਬੱਚਿਆਂ ਦਾ ਖਿਆਲ ਕਰਕੇ ਇਹ ਸੋਚ ਬਦਲ ਲਵਾਂਗੀ ਕਿ ਮੈਂ ਸੋਚਾਂਗੀ ਕਿ ਮੇਰੇ ਬੱਚੇ ਕੀ ਕਹਿਣਗੇ, ਜਾਂ ਮੈਂ ਇਹ ਸੋਚਾਂਗੀ ਕਿ ਬੱਚਿਆਂ ਕਰਕੇ ਸਾਡੀ ਨਮੋਸ਼ੀ ਹੋਏਗੀ। ਇਸ ਲਈ ਇਹ ਕਦਮ ਨਾ ਹੀ ਪੁੱਟਾਂ ਤੇ ਚੰਗਾ ਹੈ। ਬੰਦਾ ਕੜਿੱਕੀ 'ਚ ਫਸਿਆ ਕਈ ਗੱਲਾਂ ਸੋਚਦਾ। ਕਦੀ ਸੋਚਿਆ ਸੀ ਕਿ ਕੁੰਦਨ ਇੰਜ ਕਰੇਗਾ? ਕਹਿੰਦੇ ਹੁਣ ਤੂੰ ਓਨਾ ਪਿਆਰ ਨਹੀਂ ਕਰਦੀ। ਭਲਾ ਪੁੱਛੋ, ਇਹੋ ਜਿਹੀ ਗੱਲ ਹੋ ਜਾਏ ਤੇ ਬੰਦਾ ਪਿਆਰ ਕਰਨ ਜੋਗਾ ਰਹਿੰਦਾ? ਜਵਾਨੀ ਵਿੱਚ ਤੇ ਸਰੀਰ ਹੀ ਸਾਹ ਨਹੀਂ ਲੈਣ ਦਿੰਦਾ। ਇਸ ਲਈ ਬੰਦਾ ਕਈ ਵਾਧੀਆਂ ਘਟੀਆਂ ਗੱਲਾਂ ਦਰਗੁਜ਼ਰ ਕਰ ਦਿੰਦਾ, ਪਰ ਹੁਣ ਬੁੱਢੇ ਬਾਰੇ ਗੱਲਾਂ ਦਰਗੁਜ਼ਰ ਨਹੀਂ ਹੁੰਦੀਆਂ। ਪਿਆਰ ਤੇ ਆਪੇ ਘਟਨਾ ਹੋਇਆ। ਉਂਝ ਵੀ ਤੇ ਇੰਨੇ ਸਾਲ ਸ਼ਾਦੀ ਤੋਂ ਬਾਅਦ ਪਿਆਰ ਮੱਧਮ ਪੈ ਜਾਂਦਾ, ਕਈ ਵਾਰੀ ਵੱਧ ਵੀ ਜਾਂਦਾ। ਵੈਰਾਗ ਦੀ ਅਵਸਥਾ ਮਨ ਤੇ ਛਾ ਜਾਂਦੀ ਹੈ। ਇਹੋ ਜਿਹੀ ਗੱਲ ਹੋਣ ਪਿੱਛੋਂ ਤੇ ਬੰਦਾ ਉਂਝ ਹੀ ਨਿਰਮੋਇਆ ਹੋ ਜਾਂਦਾ। ਹੁਣ ਜੇ ਮੇਰੇ ਵਿਹਾਰ 'ਚ ਕੁਝ ਤਬਦੀਲੀ ਆਈ ਹੈ ਜਾਂ ਕੁੰਦਨ ਨੂੰ ਕੋਈ ਘਾਟ ਮਹਿਸੂਸ ਹੋਈ ਹੈ ਤਾਂ ਉਹ ਲਾਮਾ ਜਾਂ ਗਿਲਾ ਕਾਹਦਾ? ਤੇ ਜਦੋਂ ਮੈਨੂੰ ਕੁੰਦਨ ਨੇ ਗੱਲ ਦੱਸੀ ਸੀ ਤਾਂ ਮੇਰੇ ਦਿਲ ਨੂੰ ਡੋਬ ਪਏ ਸਨ। ਇਹ ਉਹ ਕੁੰਦਨ ਹੈ ਜਿਹੜਾ ਮੇਰੇ ਬਿਨਾਂ ਇੱਕ ਪਲ ਵੀ ਨਹੀਂ ਸੀ ਬਿਤਾ ਸਕਦਾ। ਹੁਣ ਉਹੀ ਕੁੰਦਨ ਉਸ ਔਰਤ ਨਾਲ ਆਪਣੀਆਂ ਰਾਤਾਂ ਬਿਤਾਉਂਦਾ ਰਿਹਾ। ਸ਼ੁਰੂ 'ਚ ਜਦੋਂ ਵਿਆਹ ਹੋਏ ਨੂੰ ਹਾਲੇ ਕੁਝ ਮਹੀਨੇ ਹੀ ਹੋਏ ਸਨ ਤਾਂ ਮੈਨੂੰ ਆਪਣੀ ਲਾਅ ਦੀ ਡਿਗਰੀ ਪੂਰੀ ਕਰਨ ਲਈ ਕੁਝ ਮਹੀਨਿਆਂ ਲਈ ਵਾਪਸ ਕੀਨੀਆ ਜਾਣਾ ਪੈਣਾ ਸੀ। ਲੈਕਚਰ ਤਾਂ ਮੇਰੇ ਪਹਿਲੇ ਪੂਰੇ ਸਨ, ਸਿਰਫ 3 ਕੁ ਮਹੀਨੇ ਹੋਰ ਲੱਗਣੇ ਸਨ। 3 ਮਹੀਨੇ ਲੰਘ ਗਏ, 4 ਮਹੀਨੇ ਲੰਘ ਗਏ, 6 ਮਹੀਨੇ ਤੱਕ ਤੇ ਕੁੰਦਨ ਦਾ ਸਬਰ ਹੀ ਖਤਮ ਹੋ ਗਿਆ। ਮੈਨੂੰ ਕਹੇ ਤੂੰ ਜਲਦੀ ਆ। ਮੈਂ ਲਿਖ ਭੇਜਿਆ ਕਿ ਸਮੁੰਦਰ ਚੜਿਆ ਹੋਇਆ, ਇਸ ਲਈ ਹਾਲੇ ਨਹੀਂ ਆ ਸਕਦੀ। ਮੌਸਮ ਬਦਲਣ ਤੇ ਸਮੁੰਦਰ ਠਰਮੇ ਜਾਏਗਾ ਤਾਂ ਆ ਜਾਵਾਂਗੀ। ਕੁੰਦਨ ਨੂੰ ਉਦੋਂ ਇੰਨੀ ਕਾਹਲ ਪਵੇ, ਕਹਿਣ ਲੱਗਾ ਹਵਾਈ ਜਹਾਜ਼ ਤੇ ਆ ਜਾ। ਪੈਸੇ ਕਿੱਥੇ ਸਨ ਹਵਾਈ ਜਹਾਜ਼ ਤੇ ਆਉਣ ਲਈ? ਕਹਿਣ ਲੱਗਾ ਜੇਵਰ ਵੇਚ ਕੇ ਆ ਜਾ। ਮੈਂ ਹੈਰਾਨ ਸਾਂ ਕੁੰਦਨ ਦੀ ਕਾਹਲ ਤੇ, ਨਾਲ ਖੁਸ਼ ਸਾਂ ਉਹਦੇ ਪਿਆਰ ਤੇ। ਸੋਚਾ ਕੁੰਦਨ ਨੇ ਜਿੱਥੇ 32 ਸਾਲ ਬਿਤਾਏ ਨੇ, ਕੁਝ ਹਫ਼ਤੇ ਹੋਰ ਸਹੀ, ਪਰ ਉਹਨੂੰ ਇੰਜ ਲੱਗਦਾ ਜਿੱਕਣ ਮੇਰੇ ਬਿਨਾਂ ਉਹਦੀ ਜ਼ਿੰਦਗੀ ਵੀਰਾਨ ਹੋ ਗਈ ਹੋਵੇ। ਕਵਿਤਾ ਲਿਖ ਭੇਜੇ। ਜੇਵਰ ਵੇਚਣ ਦੀ ਗੱਲ ਨੇ ਮੈਨੂੰ ਪਰੇਸ਼ਾਨ ਕੀਤਾ ਸੀ। ਮੇਰੇ ਮਾਪੇ ਕੀ ਕਹਿਣਗੇ? ਫਿਰ ਸਾਡੇ ਕੋਲੋਂ ਬਣ ਹੋਣੇ ਨੇ? ਕਦੀ ਵੀ ਨਾ। ਤੇ ਮੈਂ ਉੱਥੇ ਸਕੂਲ 'ਚ ਨੌਕਰੀ ਕਰ ਲਈ। ਸਕੂਲ ਦੀ ਨੌਕਰੀ ਨਾਲ ਮੇਰਾ ਗੁਜ਼ਾਰਾ ਵੀ ਹੋ ਜਾਂਦਾ ਤੇ ਨਾਲ ਮੈਨੂੰ ਪਤਾ ਸੀ ਕਿ ਮੇਰਾ ਵਾਪਸੀ ਦਾ ਕਿਰਾਇਆ ਵੀ ਨਿਕਲ ਜਾਏਗਾ। ਮਾਪਿਆਂ ਦੇ ਸਿਰ ਤੇ ਕਦੀ ਇੰਨੀਆਂ ਸੋਚਾਂ ਨਹੀਂ ਸਨ ਆਈਆਂ। ਆਪਣੇ ਚਾਅ 'ਚ ਉੱਡੇ ਫਿਰੀਦਾ ਸੀ। ਹੁਣ ਪਤਾ ਲੱਗਾ ਸੀ ਆਟੇ ਦਾਲ ਦਾ ਭਾਅ, ਪਰ ਮੈਂ ਕਦੀ ਵੀ ਆਪਣੇ ਫੈਸਲੇ ਤੇ ਪਛਤਾਈ ਨਹੀਂ ਸਾਂ। ਹੁਣ ਵੀ ਜਦੋਂ ਕੁੰਦਨ ਦੀਆਂ ਕਵਿਤਾਵਾਂ ਕੀਨੀਆਂ 'ਚ ਪਹੁੰਚਦੀਆਂ ਸਨ ਤਾਂ ਮਨ 'ਚ ਆਪਣੇ ਫੈਸਲੇ ਤੇ ਮਾਣ ਜਿਹਾ ਮਹਿਸੂਸ ਹੁੰਦਾ ਸੀ। ਤੁਝੇ ਕਿਆ ਕਹੂੰ ਮੇਰੀ ਜ਼ਿੰਦਗੀ, तुझे क्या कहूँ मैं, क्या कहूँ ऐ जाने जा कि शिकस्ता पा तेरे हम सफ़र तुझे ढूंढने जाए कहाँ, मुझे ले उड़े फिक्रे जहाँ इसी कश्मकश में। कविता पढ़ के मैनू बड़ा मोह आवे, विचों हासा भी आवे। बेसबरा तसल्ली ਦੀਆਂ ਚਿੱਠੀਆਂ ਲਿਖਦੀ ਰਹਿੰਦੀ ਤੇ ਫਿਰ ਜਦੋਂ 7ਵੇਂ ਮਹੀਨੇ ਮੈਂ ਅਚਾਨਕ ਲੁਧਿਆਣੇ ਪਹੁੰਚ ਗਈ ਤਾਂ ਕੁੰਦਨ ਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਸ 7 ਮਹੀਨਿਆਂ ਦੀ ਜੁਦਾਈ ਵਿਆਹ ਤੋਂ 7 ਸਾਲ ਬਾਅਦ ਕੰਮ ਆਈ, ਜਦੋਂ ਮੈਂ ਚੰਡੀਗੜ੍ਹ ਹਾਈ ਕੋਰਟ 'ਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਸ਼ਾਦੀ ਦੇ ਪਹਿਲੇ 7 ਸਾਲ ਕੁੰਦਨ ਦੇ ਨਾਲ ਕੁੱਲ ਵਕਤੀ ਪਾਰਟੀ ਕਾਰਕੁਨ ਰਹੀ। ਲਾਅ ਦੀ ਪ੍ਰੈਕਟਿਸ ਕਰਨ ਦਾ ਫੈਸਲਾ ਵੀ ਤੇ ਤਾਂ ਹੀ ਕਰਨਾ ਪਿਆ ਜੋ ਪਾਰਟੀ ਵੱਲੋਂ ਮਿਲਦੇ ਅਲਾਊਂਸ ਨਾਲ ਬੱਚਿਆਂ ਦਾ ਪਾਲਣ ਮੁਸ਼ਕਲ ਸੀ। ਸਿਆਲਾਂ ਦੀਆਂ ਰਾਤਾਂ 'ਚ ਪਾਰਟੀ ਦਫ਼ਤਰ 'ਚ ਮੀਟਿੰਗਾਂ ਚੱਲਦੀਆਂ। ਸਾਡੀ ਵੱਡੀ ਕੁੜੀ ਤਾਈ ਜੀ ਕੋਲ ਹੁੰਦੀ ਤੇ ਮੇਰੀ ਸੱਸ ਕੋਲੋਂ ਉਹਨਾਂ ਦੀ ਮਦਦ ਕਰਦੀ। ਅਸੀਂ ਪਾਰਟੀ ਦਫ਼ਤਰੋਂ ਪਰਤਣ ਤੇ ਲੇਟ ਹੋ ਜਾਣਾ। ਮੈਂ ਕੁੰਦਨ ਨੂੰ ਉਡੀਕਦੇ ਰਹਿਣਾ ਕਿ ਉਹ ਵਿਹਲਾ ਹੋਵੇ ਤਾਂ ਇਕੱਠੇ ਇੱਕੋ ਰਿਕਸ਼ਾ 'ਚ ਘਰ ਜਾਈਏ। ਇਸ ਤਰ੍ਹਾਂ ਸਾਡੀ ਅਠਿਆਨੀ ਬਚ ਜਾਂਦੀ ਸੀ ਤੇ ਉਹਨਾਂ ਦਿਨਾਂ 'ਚ ਅਠਿਆਨੀ ਦਾ ਬੜਾ ਮੁੱਲ ਹੁੰਦਾ ਸੀ। ਅਸਲ 'ਚ ਕੁੰਦਨ ਨੇ ਸਾਈਕਲ ਚਲਾਉਣਾ ਛੱਡ ਦਿੱਤਾ ਸੀ। ਸਾਈਕਲ ਚਲਾਉਣ ਨਾਲ ਉਹਨੂੰ ਸਾਹ ਚੜ ਜਾਂਦਾ ਸੀ। ਦਮੇ ਦੀ ਬਿਮਾਰੀ ਦਾ ਸ਼ੱਕ ਪਾਇਆ ਸੀ। ਡਾਕਟਰ ਨੇ ਦਵਾਈ ਵੀ ਦਿੱਤੀ ਤੇ ਸਾਈਕਲ ਚਲਾਉਣ ਤੋਂ ਮਨਾ ਵੀ ਕੀਤਾ। ਜੇ ਮਨਾ ਨਾ ਵੀ ਕਰਦਾ ਤਾਂ ਵੀ ਸਾਈਕਲ ਚਲਾਉਣਾ ਛੁੱਟ ਜਾਣਾ ਸੀ। ਥੋੜਾ ਜਿਹਾ ਚਲਾਣ ਤੇ ਹੀ ਸਾਹ ਹੋ ਜਾਣਾ। ਕੁੰਦਨ ਬੜਾ ਡਰ ਗਿਆ। ਉਹਨੂੰ ਦਮੇ ਕੋਲੋਂ ਬੜਾ ਡਰ ਲੱਗਦਾ ਸੀ। ਉਹਨੂੰ ਇਸ ਬਿਮਾਰੀ ਬਾਰੇ ਬਾਹਲਾ ਪਤਾ ਵੀ ਨਹੀਂ ਸੀ, ਇਸ ਲਈ ਉਹਦੀ ਘਬਰਾਹਟ ਵੇਖ ਕੇ ਹੈਰਾਨੀ ਵੀ ਹੁੰਦੀ। ਮੈਂ ਤੇ ਆਪਣੇ ਘਰ 'ਚ ਬਿਮਾਰੀ ਵੇਖੀ ਹੋਈ ਸੀ। ਮੇਰੇ ਛੋਟੇ ਭਰਾ ਨੂੰ ਹੈ ਸੀ,
ਮੈਨੂੰ ਤੇ ਇਹਦਾ ਭੇਤ ਵੀ ਹੈ ਸੀ ਤੇ ਦਵਾਈ ਦਾ ਵੀ ਪਤਾ ਸੀ, ਪਰ ਕੁੰਦਨ ਨੂੰ ਇੰਨਾ ਡਰ ਲੱਗਾ ਕਿ ਉਹ ਕਹਿਣ ਲੱਗਾ, ਸੋਨੀਆ ਡਾਰਲਿੰਗ, ਮੈਨੂੰ ਬੜਾ ਅਫਸੋਸ ਹੈ ਕਿ ਮੈਂ ਤੈਨੂੰ ਇੱਕ ਤੰਦਰੁਸਤ ਸਰੀਰ ਵੀ ਨਹੀਂ ਦੇ ਸਕਿਆ। ਨਾ ਮੇਰੇ ਕੋਲ ਪੈਸਾ, ਨਾ ਮਕਾਨ, ਤੇ ਲੈ ਦੇ ਕੇ ਸਰੀਰ ਸੀ ਉਹਨੂੰ ਵੀ ਬੱਜ ਲੱਗ ਗਈ। ਮੈਂ ਤੇਰੇ ਤੇ ਕਿੱਡਾ ਵੱਡਾ ਜ਼ੁਲਮ ਕਰ ਰਿਹਾ। ਮੈਨੂੰ ਉਹਦੀ ਗੱਲ ਸੁਣ ਕੇ ਰੋਣਾ ਆ ਗਿਆ। ਮੈਂ ਕਿਹਾ, ਕੁੰਦਨ ਡੀਅਰ, ਇਹ ਕੋਈ ਘਬਰਾਉਣ ਵਾਲੀ ਗੱਲ ਹੈ? ਗੋਲੀ ਖਾ ਲੈ ਤੇ ਬਸ, ਸਿਰਫ ਗੋਲੀ ਵਕਤ ਸਿਰ ਖਾਣੀ ਹੁੰਦੀ ਹੈ। ਕੁੰਦਨ ਨੇ ਮਨ 'ਚ ਬੈਠਾ ਹੋਇਆ ਸੀ ਕਿ ਬਿਮਾਰੀ ਬੜੀ ਜਾਨਲੇਵਾ ਬਿਮਾਰੀ ਹੈ, ਬੰਦਾ ਜਿਉਂਦਾ ਨਹੀਂ ਰਹਿੰਦਾ। ਕਹਿਣ ਲੱਗਾ, ਸੋਨੀਆ, ਇੰਨਾ ਕਹਿ ਕੇ ਚੁੱਪ ਕਰ ਗਿਆ। ਮੈਨੂੰ ਪਤਾ ਸੀ ਜਦੋਂ ਕੁੰਦਨ ਇਸ ਤਰ੍ਹਾਂ ਗੱਲ ਵਿੱਚੇ ਛੱਡ ਦੇ, ਉਹਦੇ ਮਨ 'ਚ ਕੋਈ ਵੱਡੀ ਗੱਲ ਹੁੰਦੀ ਹੈ, ਨਹੀਂ ਤੇ ਉਹ ਬੋਲਣੋਂ ਰੁਕਦਾ ਨਹੀਂ। ਮੈਂ ਉਹਦੇ ਵੱਲ ਪੁੱਛਦੀ ਅੱਖ ਨਾਲ ਤੱਕਿਆ, ਬੋਲੀ ਕੁਛ ਨਹੀਂ। ਤੂੰ ਬੇਸ਼ੱਕ ਮੈਨੂੰ ਛੱਡ ਜਾ, ਤੂੰ ਕੀਨੀਆ ਵਾਪਸ ਚਲੀ ਜਾ। ਮੈਨੂੰ ਆਪਣਾ ਆਪ ਕਸੂਰਵਾਰ ਲੱਗਦਾ ਹੈ ਕਿ ਮੈਂ ਤੈਨੂੰ ਇੱਕ ਬਿਮਾਰ ਸਰੀਰ ਦਾ ਸਾਥ ਦੇ ਰਿਹਾ। ਗੱਲਾਂ ਸੁਣ ਕੇ ਮੈਂ ਪਰੇਸ਼ਾਨ ਜਿਹੀ ਹੋ ਗਈ। ਇਹ ਕੀ ਕਹਿੰਦਾ ਹੈ ਕਿ ਬੰਦਾ ਇਸੇ ਲਈ ਜ਼ਿੰਦਗੀ ਦਾ ਸਾਥੀ ਚੁਣਦਾ ਹੈ? ਕਿ ਪਿਆਰ ਦਾ ਇਹੋ ਮਕਸਦ ਹੈ ਕਿ ਮੈਂ ਇਹ ਗਰੀਬੀ ਇਸੇ ਲਈ ਸਹੇੜੀਏ ਕਿ ਮੈਂ ਇਨਕਲਾਬ ਦੀ ਤਲਾਸ਼ ਨੂੰ ਸਰੀਰ ਤਾਈਂ ਸੀਮਤ ਕਰਕੇ ਮੁਕਾ ਦਿਆਂ? ਮੈਨੂੰ ਗੁੱਸਾ ਵੀ ਆਇਆ, ਪਰ ਮੈਂ ਸੋਚਿਆ, ਮਨਾ, ਇਹ ਮਨੁੱਖ ਇਹੀ ਸਮਝਦਾ ਹੈ ਕਿ ਬਿਮਾਰ ਸਰੀਰ ਉਹਦੀ ਕਮਜ਼ੋਰੀ ਹੈ, ਉਹਦਾ ਦੋਸ਼ ਹੈ। ਪਰ ਜੋ ਕੁਝ ਕਹਿੰਦਾ ਹੈ ਤੇਰੇ ਪਿਆਰ 'ਚ ਆ ਕੇ ਕਹਿੰਦਾ ਪਿਆ। ਇਹਨੂੰ ਨਹੀਂ ਪਤਾ ਕਿ ਉਹਦੀ ਗੱਲ ਨਾਲ ਮੈਨੂੰ ਕਿੰਨਾ ਦੁੱਖ ਹੋਇਆ। ਕੁੰਦਨ ਡੀਅਰ, ਜੇ ਅੱਜ ਮੇਰਾ ਐਕਸੀਡੈਂਟ ਹੋ ਜਾਏ, ਕੀ ਤੂੰ ਮੈਨੂੰ ਛੱਡ ਦੇਂਗਾ? ਨਹੀਂ, ਮੈਂ ਕਦੀ ਸੋਚ ਵੀ ਨਹੀਂ ਸਕਦਾ। ਮੈਨੂੰ ਇੰਨਾ ਕਮੀਨਾ ਸਮਝ ਲਿਆ ਤੂੰ? ਤੇ ਮੈਂ ਵੀ ਤੇਰੇ ਤੇ ਇਹੋ ਸਵਾਲ ਕਰ ਸਕਦੀ ਹਾਂ। ਉਹ ਚੁੱਪ ਕਰ ਗਿਆ, ਪਰ ਸਹੀ ਪਿਆ ਹੁੰਦਾ ਸੀ ਕਿ ਮੇਰੀ ਕਹੀ ਗੱਲ ਉਹਨੂੰ ਸਮਝ ਪੈ ਗਈ ਸੀ। ਤੇ ਜੇ ਸ਼ਾਦੀ ਤੋਂ ਪਹਿਲਾਂ ਹੁੰਦਾ ਤਾਂ ਵੀ ਕੀ ਹੈ? ਪਹਿਲਾ ਸਾਲ ਸਾਡੀ ਸ਼ਾਦੀ ਦਾ ਬੜਾ ਮੁਸ਼ਕਿਲਾਂ ਭਰਿਆ ਸੀ। ਭਾਵੇਂ ਪਾਰਟੀ ਦੇ ਕੰਮਾਂ ਦੇ ਜੋਸ਼ ਵਿੱਚ ਤੇ ਆਪਣੀ ਸਾਂਝ ਦੀ ਖੁਸ਼ੀ 'ਚ ਬੜਾ ਕੁਝ ਭੁੱਲਿਆ ਰਹਿੰਦਾ ਸੀ, ਫਿਰ ਵੀ ਕਈ ਵਾਰੀ ਥੋੜਾ ਇੰਨਾ ਤੰਗ ਕਰਦੀਆਂ ਕਿ ਰੋਣਾ ਆ ਜਾਂਦਾ ਸੀ। ਪਰ ਮੈਂ ਨਾ ਪਾਰਟੀ ਤੇ ਨਾ ਕੁੰਦਨ ਨੂੰ ਛੱਡਣ ਦਾ ਕਦੀ ਸੋਚਿਆ। ਕੈਮਿਨਿਸਟ ਹੋ ਕੇ ਵੀ ਮੈਨੂੰ ਇਹ ਸੋਚ ਪਾਪ ਹੀ ਲੱਗਦੀ। ਅਚੇਤ ਪਾਪ ਤੋਂ ਵੀ ਮੈਂ ਡਰਦੀ ਸੀ। ਆਪਣੇ ਆਪ ਨੂੰ ਸਿਖਰ ਸੀਮਾ ਤੇ ਮਹਿਸੂਸ ਕਰਦੇ ਸਾਂ। ਅਸੀਂ ਦੁਨੀਆ ਬਦਲਣ ਲੱਗੇ ਹੋਏ ਸਾਂ। ਕੁੰਦਨ ਦੇ ਯਾਰਾਂ, ਦੋਸਤਾਂ, ਕਾਮਰੇਡਾਂ ਦਾ ਐਡਾ ਵੱਡਾ ਘੇਰਾ ਸੀ ਕਿ ਅਸੀਂ ਕਦੀ ਵੀ ਆਪਣੇ ਆਪ ਨੂੰ ਨਾ ਗਰੀਬ ਤੇ ਨਾ ਹੀ ਨਿਤਾਣੇ ਸਮਝਦੇ ਸਾਂ, ਨਾ ਹੀ ਅਸੀਂ ਕਿਸੇ ਨੂੰ ਆਪਣੇ ਨਾਲੋਂ ਉਚੇਰਾ ਸਮਝਦੇ ਸਾਂ। ਅਮੀਰ ਦਾ ਤੇ ਅਸੀਂ ਕਦੀ ਆਦਰ ਕਰਨਾ ਸਿੱਖਿਆ ਹੀ ਨਹੀਂ ਸੀ। ਦੁਨੀਆ ਤੇ ਅਸਲ ਬਦਲ ਦਿੰਦੀ ਹੈ, ਪਰ ਦਮੇ ਨੇ ਕੁੰਦਨ ਨੂੰ ਨਿਤਾਣਾ ਬਣਾ ਦਿੱਤਾ ਸੀ, ਨਿਢਾਲ ਕਰ ਦਿੱਤਾ ਸੀ। ਉਸ ਵੇਲੇ ਮੇਰਾ ਜੋ ਫਰਜ਼ ਸੀ ਮੈਂ ਉਹ ਨਿਭਾਇਆ। ਹੁਣ ਤੇ ਵੇਲੇ ਸਿਰ ਗੋਲੀਆਂ ਖਾ ਕੇ ਦਮੇ ਦਾ ਕਦੀ ਚੇਤਾ ਵੀ ਨਹੀਂ ਲੱਗਿਆ। ਰਾਤੀ ਭਾਵੇਂ ਅਸੀਂ ਕਿੰਨੀ ਲੇਟ ਆਉਂਦੇ, ਕੋਈ ਨਾ ਕੋਈ ਕਾਮਰੇਡ ਨਾਲ ਆ ਜਾਂਦਾ। ਸਵੇਰੇ ਅਸੀਂ ਬਾਹਲੀ ਵਾਰੀ ਘਰੋਂ ਚਿਰਾਕੇ ਜੇ ਨਿਕਲਦੇ ਸਾਂ ਤੇ ਕਾਮਰੇਡ ਆਉਂਦੇ ਰਹਿੰਦੇ। ਚਾਹ ਦੀ ਪਤੀਲੀ ਚੜੀ ਰਹਿੰਦੀ ਤੇ ਜਦੋਂ ਦੁੱਧ, ਖੰਡ ਜਾਂ ਚਾਹ ਪੱਤੀ ਖਤਮ ਹੋ ਜਾਂਦੀ, ਕਾਮਰੇਡ ਆਪੇ ਬਾਜ਼ਾਰੋਂ ਜਾ ਕੇ ਫੜ ਲਿਆਉਂਦੇ। ਮਹਿਫਿਲ ਲੱਗੀ ਰਹਿੰਦੀ ਤੇ ਫਿਰ ਅਚਾਨਕ ਘਰ ਖਾਲੀ ਹੋ ਜਾਂਦਾ। ਅਸੀਂ ਵੀ ਆਪਣੇ ਆਪਣੇ ਕੰਮੀ ਨਿਕਲ ਜਾਂਦੇ। ਬੱਸ ਲੱਗਦੇ ਅਸੀਂ ਇਕੱਠੇ ਹੀ ਘਰੋਂ ਨਿਕਲਦੇ ਤੇ ਪਾਰਟੀ ਦਫ਼ਤਰ ਜਾਂਦਿਆਂ ਬੱਸ ਦੇ ਅੱਡੇ ਜਾਂ ਸਟੇਸ਼ਨ ਤਾਈਂ ਇਕੱਠੇ ਹੀ ਰਹਿੰਦੇ ਤੇ ਫਿਰ ਆਪੇ ਆਪਣੇ ਪਾਸੇ। ਪਹਿਲੀ ਕੁੜੀ ਅਸੀਂ ਤਾਈ ਜੀ ਕੋਲ ਛੱਡੀ। ਉਹ ਆਪ ਹੁਣ ਵਡੇਰੇ ਹੋ ਗਏ ਸਨ, ਪਰ ਕੁੰਦਨ ਨਾਲ ਤੇ ਮੇਰੇ ਨਾਲ ਉਹਨਾਂ ਦਾ ਮੋਹ ਇਹੋ ਜਿਹਾ ਸੀ ਕਿ ਉਹਨਾਂ ਬੜੇ ਚਾਅ ਨਾਲ ਇਹ ਜ਼ਿੰਮੇਵਾਰੀ ਲੈ ਲਈ। ਰਾਤ ਨੂੰ ਅਸੀਂ ਘਰੇ ਪਹੁੰਚ ਹੀ ਜਾਂਦੇ ਸਾਂ। ਕੁੜੀ ਨੂੰ ਅਸੀਂ ਆਪਣੇ ਨਾਲ ਸੁਆ ਲੈਣਾ। ਕਈ ਵਾਰੀ ਜੇ ਉਹ ਵੱਲ ਨਾ ਹੁੰਦੀ ਤਾਂ ਸਾਨੂੰ ਰਾਤਾਂ ਵੀ ਜਾਗਣੀਆਂ ਪੈਂਦੀਆਂ। ਤਾਈ ਜੀ ਵੀ ਸਾਡੇ ਕੋਲ ਬੈਠੇ ਰਹਿੰਦੇ ਤੇ ਜਦੋਂ ਬੇਟੀ ਟਿਕ ਜਾਂਦੀ ਤਾਂ ਉਹ ਨੀਂਦਰੀਆਂ ਅੱਖਾਂ ਨਾਲ ਆਪਣੀ ਮੰਜੀ ਤੇ ਜਾ ਪੈਂਦੇ। ਰਾਤ ਦੇ ਨੀਂਦਰੇ ਕਰਕੇ ਸਵੇਰੇ ਅੱਖ ਨਹੀਂ ਸੀ ਖੁੱਲਦੀ ਤੇ ਕੁੰਦਨ ਨੂੰ ਤੇ ਪਹਿਲਾਂ ਦੇਰ ਨਾਲ ਉੱਠਣ ਦੀ ਆਦਤ ਸੀ। ਜਿੰਨਾ ਚਿਰ ਤੇ ਇਕੱਲਾ ਕਮਰੇ 'ਚ ਰਹਿੰਦਾ ਸੀ, ਆਪੇ ਉੱਠ ਕੇ ਚਾਹ ਬਣਾਉਣੀ ਪੈਂਦੀ ਸੀ। ਫਿਰ ਜਾ ਕੇ ਖਿਲਰੇ ਹੱਡ ਇਕੱਠੇ ਹੁੰਦੇ ਸਨ। ਪਰ ਹੁਣ ਮੈਂ ਜਾਂ ਬਾਹਲੀ ਵਾਰੀ ਤਾਈ ਜੀ ਨੇ ਸਾਨੂੰ ਦੋਵਾਂ ਨੂੰ ਚਾਹ ਦਾ ਕੱਪ ਲਿਆ ਫੜਾਉਂਦੇ। ਅਸੀਂ ਉਹਨਾਂ ਦੇ ਮੋਹ ਦਾ ਮੁੱਲ ਨਹੀਂ ਪਾ ਸਕਦੇ। ਬੰਦਾ ਮੋਹ ਪਿੱਛੇ ਕੀ ਕੁਝ ਨਹੀਂ ਕਰਦਾ। ਮੈਨੂੰ ਯਾਦ ਹੈ ਟੈਕਸਟਾਈਲ ਲੇਬਰ ਦੀ ਹੜਤਾਲ ਸੀ। ਕੁੰਦਨ ਪੁਲਿਸ ਕੋਲੋਂ ਲੁਕਿਆ ਫਿਰਦਾ ਸੀ। ਘਰੋਂ ਆਇਆ ਉਹਨੂੰ ਕਿੰਨੇ ਦਿਨ ਹੋ ਗਏ ਸੀ। ਮੈਂ ਪੂਰੇ ਦਿਨਾਂ ਤੇ ਸਾਂ। ਤਾਈ ਜੀ ਤੇ ਮੇਰੀ ਸੱਸ ਬੜਾ ਧਿਆਨ ਰੱਖਦੀਆਂ। ਉਹ ਘਰ ਦੇ ਕੰਮਾਂ 'ਚ ਰੁੱਝੀਆਂ ਰਹਿੰਦੀਆਂ ਤੇ ਮੈਂ ਬੈਠੀ ਅਖਬਾਰ ਜਾਂ ਰਸਾਲੇ ਪੜ੍ਹਦੀ ਰਹਿੰਦੀ। ਸੈਰ ਕਰਨ ਦੀ ਵੀ ਲੋੜ ਹੁੰਦੀ ਤਾਂ ਹਨੇਰੇ ਸਵੇਰੇ ਗਲੀ 'ਚ ਜਾਂ ਵਿਹੜੇ ਵਿੱਚ ਹੀ ਟੁਰ ਫਿਰ ਲੈਂਦੀ। ਲਛਮਣ ਨਗਰ 'ਚ ਹੋਰ ਕਿਹੜੀ ਥਾਂ ਸੀ ਸੈਰ ਕਰਨ ਦੀ?
ਕੁੰਦਨ ਹੁੰਦਾ ਤਾਂ ਭਾਵੇਂ ਬਾਹਰ ਲੈ ਜਾਂਦਾ ਜਾਂ ਬੁੱਢੇ ਨਾਲੇ ਦੇ ਕੰਢੇ ਹੀ ਘੁਮਾ ਲਿਆਉਂਦਾ, ਪਰ ਉਹ ਆਪ ਤੇ ਲੁਕਿਆ ਫਿਰਦਾ ਸੀ। ਮੈਨੂੰ ਵੀ ਪਤਾ ਨਹੀਂ ਸੀ ਹੁੰਦਾ ਕਿ ਉਹ ਕਿੱਥੇ ਵੇ। ਕਮਿਊਨ ਵਿੱਚ ਨਹੀਂ ਸੀ ਸੌਂ ਸਕਦਾ ਕਿਉਂਕਿ ਉਸ ਥਾਂ ਦੇ ਪੁਲਿਸ ਨੂੰ ਪਤਾ ਸੀ। ਉੱਥੇ ਤੇ ਰਾਤ ਬਰਾਤੇ ਛਾਪੇ ਪੈਂਦੇ ਹੀ ਰਹਿੰਦੇ ਸੀ। ਕਦੀ ਕਦਾਈ ਸੁਨੇਹਾ ਆ ਜਾਂਦਾ, ਮੈਂ ਠੀਕ ਹਾਂ, ਹਾਲ ਦੱਸਣ ਆਇਆ ਕਾਮਰੇਡ ਮੇਰੀ ਹਾਲਤ ਬਾਰੇ ਪੁੱਛ ਕੇ ਚਲਾ ਜਾਂਦਾ। ਮੈਨੂੰ ਤਸੱਲੀ ਹੁੰਦੀ ਕਿ ਹੁਣ ਮੇਰੀ ਤਬੀਅਤ ਬਾਰੇ ਕੁੰਦਨ ਨੂੰ ਪਤਾ ਲੱਗ ਜਾਏਗਾ। ਮੇਰਾ ਬੜਾ ਜੀਅ ਕਰਦਾ ਜਦੋਂ ਮੈਂ ਹਸਪਤਾਲ ਜਾਵਾਂ ਉਸ ਵੇਲੇ ਕੁੰਦਨ ਮੇਰੇ ਕੋਲ ਹੋਵੇ, ਘੱਟੋ ਘੱਟ ਲੇਬਰ ਰੂਮ 'ਚ ਜਾਣ ਵੇਲੇ ਤੱਕ ਉਹ ਮੇਰਾ ਹੱਥ ਫੜੀ ਰੱਖੇ। ਪਰ ਕਿੱਥੇ, ਪਹਿਲੀ ਕੁੜੀ ਮੇਰੀ ਤੇ ਉਹ ਮੇਰੇ ਲੇਬਰ ਰੂਮ 'ਚ ਜਾਣ ਤੋਂ ਪਿੱਛੋਂ ਹਸਪਤਾਲ ਪਹੁੰਚ ਗਿਆ ਸੀ ਤੇ ਬਾਹਰ ਖਲਾ ਮੇਰੀਆਂ ਪੀੜਾਂ ਦੀਆਂ ਚੀਕਾਂ ਸੁਣਦਾ ਰਿਹਾ ਸੀ। ਲੇਬਰ ਰੂਮ 'ਚ ਨਰਸ ਨੇ ਮੈਨੂੰ ਦੱਸਤਾ ਸੀ ਕਾਮਰੇਡ ਜੀ ਆ ਗਏ ਨੇ, ਤੇ ਉਦੋਂ ਲੇਬਰ ਰੂਮ 'ਚ ਪੀੜਾਂ ਨਾਲ ਚੀਕਦਿਆਂ ਮੈਂ ਕਿਹਾ ਸੀ, ਹਾਏ ਰੱਬਾ ਹੁਣ ਬਚਾ ਲੈ, ਫੇਰ ਨਹੀਂ ਆਉਂਦੇ। ਤੇ ਨਰਸ ਨੇ ਅੱਗੋਂ ਹੱਸ ਕੇ ਕਿਹਾ ਸੀ, ਅਗਲੇ ਸਾਲ ਫੇਰ ਭੱਜੀ ਆਏਗੀ। ਉਹੀ ਗੱਲ ਹੋਈ, ਸਾਲ ਬਾਅਦ ਤੇ ਨਹੀਂ 2 ਸਾਲਾਂ ਬਾਅਦ ਫੇਰ ਉੱਥੇ ਪਹੁੰਚ ਗਈ। ਉਦੋਂ ਨਰਸ ਦੇ ਦੱਸਣ ਤੇ ਕਿ ਕਾਮਰੇਡ ਜੀ ਆ ਗਏ ਨੇ ਮੈਨੂੰ ਸੁੱਖ ਦਾ ਸਾਹ ਆਇਆ ਸੀ। ਪਰ ਐਤਕੀ ਤੇ ਮੈਨੂੰ ਪਤਾ ਨਹੀਂ ਸੀ ਕਿ ਕੁੰਦਨ ਨਹੀਂ ਆ ਸਕਦਾ। ਜਿਸ ਦਿਨ ਬੇਟਾ ਹੋਇਆ ਮੈਂ ਹੱਸੀ ਵੀ ਰੋਈ ਵੀ। ਹੱਸੀ ਸਾਂ ਕਿ ਪੁੱਤਰ ਹੋਇਆ, ਰੋਈ ਇਸ ਲਈ ਸਾਂ ਕਿ ਇਹਦਾ ਪਿਓ ਮੈਥੋਂ ਦੂਰ ਪੁਲਿਸ ਕੋਲੋਂ ਲੁਕਿਆ ਫਿਰਦਾ ਸੀ। ਵਲੈਤੋਂ ਹੋ ਆਉਣ ਤੇ ਵੀ ਪੁੱਤਰ ਹੋਣ ਦੀ ਖੁਸ਼ੀ ਉਚੇਚੀ ਸੀ। ਹਾਏ ਕੁੰਦਨ ਨੂੰ ਬੁਲਾ ਦਿਓ, ਕੁੰਦਨ ਨੂੰ ਬੁਲਾ ਲਓ। ਮੇਰੀ ਪੁਕਾਰ ਸੁਣ ਕੇ ਨਰਸਾਂ ਹੱਸਦੀਆਂ ਸਨ। ਕਾਮਰੇਡ ਹੋ ਕੇ ਹਾਲ ਪਾਰਿਆ ਕਿਉਂ ਪਾਨੀ ਹੈ? ਮੈਂ ਸੋਚਣਾ ਇਹਨਾਂ ਨੂੰ ਕੀ ਪਤਾ, ਪਰ ਇਹਨਾਂ ਨਰਸਾਂ ਦਾ ਰੋਜ਼ ਮੇਰੇ ਜਿਹੀਆਂ ਨਾਲ ਵਾਹ ਪੈਂਦਾ। ਪਤਾ ਤੇ ਇਹਨਾਂ ਨੂੰ ਹੋਣਾ ਹੀ ਹੈ, ਉਂਝ ਵਿੱਚੋਂ ਇਹ ਮਹਿਸੂਸ ਭਾਵੇਂ ਨਾ ਕਰਦੀਆਂ ਹੋਣ। ਇਹਨਾਂ ਵਾਸਤੇ ਡਰਾਮਾ ਰੋਜ਼ ਦੀ ਗੱਲ ਸੀ, ਤੇ ਰੋਜ਼ ਇੱਕੋ ਡਰਾਮਾ ਵੇਖੀਏ ਤਾਂ ਉਹਦਾ ਨਾ ਮਜ਼ਾ ਆਉਂਦਾ ਤੇ ਨਾ ਉਹਦਾ ਰਸ ਹੀ ਰਹਿੰਦਾ। ਦੂਜੇ ਦਿਨ ਸਾਰੀ ਰਾਤ ਮੀਂਹ ਵਸਦਾ ਰਿਹਾ, ਘਰੋਂ ਕੋਈ ਖਾਣਾ ਵੀ ਨਹੀਂ ਲਿਆ ਸਕਿਆ। ਹਸਪਤਾਲ ਦਾ ਖਾਣਾ ਮੰਗਾ ਕੇ ਖਾ ਲਿਆ। ਘਰ ਦੇ ਮੁਕਾਬਲੇ ਤੇ ਖਾਣਾ ਫਿੱਕਾ ਤੇ ਫੋਕਾ ਸੀ, ਪਰ ਕੀ ਕਰਦੀ, ਮੁੰਡੇ ਲਈ ਦੁੱਧ ਹੀ ਨਹੀਂ ਸੀ ਲੈਣਾ। ਸਵੇਰੇ 4 ਵਜੇ ਮੁੰਡੇ ਨੂੰ ਦੁੱਧ ਚੰਗਾ ਕੇ ਹਟੀ ਸਾਂ ਕਿ ਬੂਹੇ 'ਚ ਕੋਈ ਆਣ ਖਲੋਤਾ। ਤਰਬਕ ਕੇ ਵੇਖਿਆ ਤੇ ਕੁੰਦਨ ਸੀ। ਜੀ ਕੀਤਾ ਭੱਜ ਕੇ ਗਲ ਲੱਗ ਜਾਵਾਂ, ਪਰ ਮੁੰਡਾ ਝੋਲੇ 'ਚ ਸੀ, ਹਾਸਾ ਮਿਆਉਂਦਾ ਨਹੀਂ ਸੀ। ਇਸ ਵੇਲੇ ਤੇ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ, ਜੱਚਾ ਖਾਨੇ ਵਿੱਚ ਤੇ ਬਿਲਕੁਲ ਹੀ ਨਹੀਂ ਆਉਣ ਦਿੰਦੇ, ਪਰ ਇਹਨਾਂ ਫਜ਼ੂਲ ਗੱਲਾਂ ਨੂੰ ਪੁੱਛਣ ਦੀ ਥਾਂ ਮੈਂ ਮੁੰਡੇ ਨੂੰ ਕੁੰਦਨ ਦੀ ਝੋਲੀ 'ਚ ਪਾ ਦਿੱਤਾ। ਕੁੰਦਨ ਨੇ ਪਹਿਲਾਂ ਉਹਦੇ ਵੱਲ ਨੀਝ ਲਾ ਕੇ ਤੱਕਿਆ, ਫਿਰ ਮੇਰੇ ਵੱਲ ਤੇ ਉੜ ਕੇ ਉਹਦੇ ਮੱਥੇ ਤੇ ਚੁੰਮਣ ਦਿੱਤਾ। ਮੇਰੇ ਵੱਲ ਤੱਕਿਆ, ਮੇਰਾ ਜੀ ਕਰੇ ਕੁੰਦਨ ਮੈਨੂੰ ਵੀ ਆਪਣੀਆਂ ਬਾਹਾਂ 'ਚ ਲੈ ਕੇ ਚੁੰਮੇ। ਮੈਂ ਉਹਦੇ ਨਾਲ ਗੱਲ ਨਾਲ ਲੱਗ ਗਈ। ਉਹਨੇ ਇੱਕ ਬਾਂਹ ਮੇਰੇ ਮੋਢੇ ਦੁਆਲੇ ਵੱਲ ਆ ਲਈ। ਤੁਹਾਨੂੰ ਕਿਵੇਂ ਪਤਾ ਲੱਗ ਗਿਆ? ਇਹ ਕਿਹੜੀ ਔਖੀ ਗੱਲ ਹੈ, ਮੈਂ ਇੱਕ ਕਾਮਰੇਡ ਦੀ ਡਿਊਟੀ ਲਾਈ ਸੀ ਜਿਹੜਾ ਨਰਸ ਦਾ ਭਰਾ ਹੈ, ਉਹਨੇ ਹੀ ਦੱਸਿਆ। ਤਾਈਓ ਮੈਂ ਨਰਸ ਨੂੰ ਕਿਹਾ, ਸ਼ੀਲਾ ਤੈਨੂੰ ਕਿਵੇਂ ਪਤਾ ਕਿ ਮੈਂ ਕਾਮਰੇਡ ਹਾਂ? ਕਹਿੰਦੀ ਮੈਨੂੰ ਪਤਾ ਹੈ, ਉਸੇ ਨੇ ਮੇਰੇ ਕੋਲ ਖਲੋ ਕੇ ਕੇਸ ਕਰਾਇਆ, ਕਿਸੇ ਚੀਜ਼ ਦੀ ਲੋੜ ਤੇ ਨਹੀਂ ਸਭ ਕੁਝ ਮਿਲ ਜਾਂਦਾ। ਹੁਣ 6-6:30 ਵਜੇ ਤਾਈ ਜੀ ਜਾਂ ਤਾਇਆ ਜੀ ਆ ਜਾਣਗੇ। ਮੁੰਡਾ ਸਾਡਾ ਕੀ ਬਣੇਗਾ? ਇਹ ਵੀ ਇਨਕਲਾਬੀ ਬਣੇਗਾ, ਹੋਰ ਕੀ ਬਣਨਾ ਇਸ? ਉਦੋਂ ਤਾਈ ਤਾਂ ਇਨਕਲਾਬ ਆ ਜਾਊਗਾ। ਕੀ ਪਤਾ, ਹਾਲੀ ਤੇ ਇਹ ਵੀ ਪਤਾ ਨਹੀਂ ਲੱਗਦਾ ਕਿ ਪਾਰਟੀ ਕਿੱਧਰ ਜਾ ਰਹੀ ਹੈ। ਪਤਾ ਨਹੀਂ ਬੇੜੀਆਂ ਕਿੱਧਰ ਪਈਆਂ ਜਾਂਦੀਆਂ ਨੇ। ਸੋਵੀਅਤ ਯੂਨੀਅਨ ਦਾ ਹਾਲ ਵੀ ਮਾੜਾ ਹੀ ਹੈ, ਪਤਾ ਨਹੀਂ ਉਹ ਕੀ ਕਰਦੇ ਨੇ, ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮਲਾ। ਕਾਮਰੇਡ ਸਟਾਲਨ ਵੇਲੇ ਮਜਾਲ ਹੈ ਕੋਈ ਕੁਸਕ ਜਾਏ। ਹਾਈ ਪਤਾ ਨਹੀਂ ਇੱਥੇ ਕਦੋਂ ਇਨਕਲਾਬ ਆਏਗਾ, ਹਾਲੀ ਤੇ ਦੂਰ ਹੀ ਲੱਗਦਾ ਹੈ। ਸ਼ੀਲਾ ਨਰਸ ਕਮਰੇ 'ਚ ਆ ਗਈ। ਉਹਨੇ ਕੁੰਦਨ ਨੂੰ ਨਮਸਤੇ ਕੀਤੀ ਤੇ ਨੇੜੇ ਆ ਕੇ ਖਲੋ ਗਈ। ਉਹਨੇ ਹੱਥ ਵਧਾ ਕੇ ਮੁੰਡੇ ਨੂੰ ਕੁੰਦਨ ਦੀ ਗੋਦੀ 'ਚੋਂ ਚੁੱਕ ਲਿਆ ਤੇ ਉਹਦੀ ਪ੍ਰੈਮ ਵਿੱਚ ਲਟਾ ਦਿੱਤਾ। ਕਹਿਣ ਲੱਗੀ, ਕਾਮਰੇਡ ਚਾਨਣ ਹੋ ਚੱਲਿਆ, ਮੀਂਹ ਵੀ ਮੱਠਾ ਪੈ ਗਿਆ, ਠੀਕ ਹੈ ਮੈਂ ਚੱਲਦਾ। ਕੁੰਦਨ ਨੇ ਮੇਰੇ ਵੱਲ ਤੱਕਿਆ ਤੇ ਫਿਰ ਇੱਕ ਵਾਰੀ ਪ੍ਰੈਮ 'ਚ ਪਏ ਬੇਟੇ ਦਾ ਮੱਥਾ ਚੁੰਮ ਕੇ ਵਾਰਡ 'ਚੋਂ ਬਾਹਰ ਨਿਕਲ ਗਿਆ। ਉਹਦੇ ਜਾਣ ਪਿੱਛੋਂ ਮੈਂ ਸੋਚੀ ਪੈ ਗਈ ਕਿ ਇਨਕਲਾਬ ਸੱਚਮੁੱਚ ਹੀ ਦੂਰ ਚਲਾ ਗਿਆ, ਕਿ ਅਸੀਂ ਹਥਿਆਰਬੰਦ ਇਨਕਲਾਬ ਦਾ ਟੀਚਾ ਛੱਡ ਬੈਠੇ ਹਾਂ। ਕੀ ਇਲੈਕਸ਼ਨਾਂ ਦੇ ਚੱਕਰ 'ਚ ਅਸੀਂ ਸਰਮਾਏਦਾਰਾਂ ਨਾਲ ਮਿਚ ਸਕਦੇ ਹਾਂ? ਜਦੋਂ ਸਾਡਾ ਵਿਆਹ ਹੋਇਆ ਉਸ ਵੇਲੇ ਕੁੰਦਨ ਵੀ ਤੇ ਇਲੈਕਸ਼ਨ 'ਚ ਖੜਾ ਸੀ। ਉਧਰੋਂ ਇਲੈਕਸ਼ਨਾਂ ਦੀ ਭੱਜ ਨੱਸ ਤੇ ਉਧਰੋਂ ਵਿਆਹ ਦਾ ਐਲਾਨ, ਤੇ ਪਹਿਲਾਂ ਵਿਆਹ ਦੇ ਕਾਰਡ ਛਪੇ, ਉਹਨਾਂ ਤੇ ਲਿਖਿਆ ਗਿਆ ਸ੍ਰੀ ਕੁੰਦਨ ਲਾਲ ਸ਼ਰਮਾ। ਕੁੰਦਨ ਨੂੰ ਇੰਝ ਲੱਗਾ ਜਿਕਣ ਉਹਦਾ ਵਿਆਹ ਦਾ ਕਾਰਡ ਹੀ ਨਾ ਹੋਵੇ। ਸਾਰਾ ਸ਼ਹਿਰ ਤੇ ਉਹਨੂੰ ਕਾਮਰੇਡ ਕੁੰਦਨ ਕਰਕੇ ਜਾਣਦਾ ਸੀ, ਤੇ ਕਾਰਡ ਤੇ ਛਪਿਆ ਸੀ ਸ੍ਰੀ ਕੁੰਦਨ ਲਾਲ ਸ਼ਰਮਾ। ਉਹਨੇ ਗੁੱਸਾ ਕੀਤਾ, ਦੁਬਾਰਾ ਕਾਰਡ ਛਪਵਾਏ। ਅਸੀਂ ਫੈਸਲਾ ਕੀਤਾ ਆਪਾਂ ਦੋਵੇਂ ਆਪੇ ਕਾਰਡ ਵੰਡਣ ਜਾਵਾਂਗੇ। ਕੁੰਦਨ ਦੇ ਨੇੜਲੇ ਕਾਮਰੇਡਾਂ ਦੇ ਕਾਰਡ ਉਹਨੇ ਆਪਣੇ ਕੋਲ ਰੱਖ ਲਏ। ਇਹ ਮੈਂ ਆਪ ਵੰਡਾਂਗੀ, ਅੱਜ ਤੱਕ ਨਹੀਂ ਵੰਡੇ ਗਏ। ਇਲੈਕਸ਼ਨਾਂ ਦੀ ਭੱਜ ਨੱਸ 'ਚ ਵੇਲਾ ਕਿੱਥੇ ਮਿਲਦਾ ਸੀ। ਪਾਪਾ ਨੂੰ ਤੇ ਕਿਹਾ ਕਿ ਜੰਜ ਕੁੱਲ 50 ਬੰਦਿਆਂ ਦੀ ਹੋਏਗੀ, ਪਰ ਜਿਸ ਕਾਮਰੇਡ ਨੂੰ, ਮਜ਼ਦੂਰ ਨੂੰ, ਛੋਟੇ ਕਾਰਖਾਨੇਦਾਰ ਨੂੰ, ਵਕੀਲਾਂ, ਪ੍ਰੋਫੈਸਰਾਂ ਨੂੰ ਪਤਾ ਲੱਗਾ
ਕਾਮਰੇਡ ਕੁੰਦਨ ਦੀ ਸ਼ਾਦੀ ਹੈ ਤੇ ਉਹਨਾਂ ਨੇ ਸੋਚਿਆ ਆਪਣਾ ਤੇ ਯਾਰ ਏ, ਚੱਲਨੇ ਆ। ਜੰਜ ਹੋ ਗਈ 500। ਪਾਪਾ ਨੂੰ ਭਾਜੜਾਂ ਪੈ ਗਈਆਂ। ਮਾੜਾ ਚੰਗਾ ਗੁਜ਼ਾਰਾ ਕੀਤਾ। ਵੇਖਣ ਵਾਲਾ ਨਜ਼ਾਰਾ ਸੀ ਜਿਵੇਂ ਕੋਈ ਆਪਣੀ ਫੈਕਟਰੀ 'ਚ ਕੰਮ ਕਰਦਾ ਸੀ, ਦੁਕਾਨ ਤੇ ਬੈਠਾ ਸੀ, ਉਵੇਂ ਦਾ ਉਵੇਂ ਉੱਠ ਕੇ ਆ ਗਿਆ। ਸਾਰੇ ਕਹਿਣ ਇਹ ਤੇ ਸ਼ਿਵ ਜੀ ਦੀ ਬਰਾਤ ਏ। ਪਾਪਾ ਨੇ ਸਾਡੀ ਸੁਹਾਗ ਰਾਤ ਲਈ ਫੁੱਲਾਂ ਨਾਲ ਕਮਰਾ ਸਜਵਾਇਆ। ਕੁੰਦਨ ਨੂੰ ਇੰਝ ਲੱਗਾ ਜਿਵੇਂ ਫਿਲਮੀ ਸੀਨ ਹੋਵੇ ਤੇ ਸਵੇਰੇ ਉੱਠ ਕੇ ਦੋਵੇਂ ਟੁਰ ਪਏ ਇਲੈਕਸ਼ਨ ਮੀਟਿੰਗਾਂ ਕਰਨ। ਕਾਮਰੇਡਾਂ 'ਚ ਬੜਾ ਜੋਸ਼। ਮੈਂ ਵੀ ਸਟੇਜ ਤੇ ਚੜ੍ਹ ਕੇ ਤਕਰੀਰਾਂ ਕਰਦੀ ਤੇ ਵਿੱਚ ਕੁੰਦਨ ਦੇ ਲਿਖੇ ਹੋਏ ਜਾਂ ਕਿਸੇ ਹੋਰ ਸ਼ਾਇਰ ਦੇ ਲਿਖੇ ਇਨਕਲਾਬੀ ਗੀਤ ਤਰੰਨਮ ਨਾਲ ਗਾਉਂਦੀ। ਬੜਾ ਜੋਸ਼ ਸੀ, ਬੜਾ ਮਜ਼ਾ ਸੀ। ਕਾਮਰੇਡਾਂ ਨੇ ਜਿੰਨੇ ਪੈਸੇ ਇਕੱਠੇ ਕੀਤੇ ਉਨੇ ਹੀ ਵੋਟ ਪਾਏ। 1 ਰੁਪਈਏ ਦਾ 1 ਵੋਟ। ਆਪਣੇ ਕੋਲੋਂ ਅਸਾਂ ਕੁਛ ਨਹੀਂ ਲਾਇਆ, ਹੈ ਹੀ ਕੁਛ ਨਹੀਂ ਸੀ ਲਾਉਣ ਨੂੰ। ਜਿੱਤਣਾ ਤੇ ਹੈ ਹੀ ਨਹੀਂ ਸੀ, ਸਿਰਫ ਪਾਰਟੀ ਦਾ ਨਾਂ ਲੋਕਾਂ 'ਚ ਪਹੁੰਚਿਆ। ਕੁਝ ਨਵੇਂ ਲੋਕ ਪਾਰਟੀ ਦੇ ਨੇੜੇ ਆਏ। ਸਾਨੂੰ ਇਸੇ 'ਚ ਤਸੱਲੀ ਸੀ, ਪਰ ਸ਼ਾਇਦ ਇਹ ਤਸੱਲੀ ਵਕਤੀ ਜਿਹੀ ਹੁੰਦੀ ਹੈ। ਉਦੋਂ ਜਦੋਂ ਕੁੰਦਨ ਨੇ ਪੁੱਛਿਆ ਕਿ ਸਾਡਾ ਮੁੰਡਾ ਕੀ ਬਣੇਗਾ ਤਾਂ ਇੱਕ ਵਾਰੀ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਅਸੀਂ ਇਹਦੇ ਤੇ ਆਪਣੀ ਮਰਜ਼ੀ ਠੋਸ ਸਕਦੇ ਹਾਂ। ਇਹਦਾ ਨਾਨਾ ਆਰੀਆ ਸਮਾਜੀ ਏ, ਕੀਨੀਆ 'ਚ ਸਿਆਸਤ 'ਚ ਹਿੱਸਾ ਲਿਆ, ਜੇਲ੍ਹ ਵੀ ਕੱਟੀ। ਇਹਨਾਂ ਮੈਨੂੰ ਆਜ਼ਾਦੀ ਦਿੱਤੀ, ਮੈਂ ਸਿਆਸਤ 'ਚ ਆ ਗਈ ਕਿ ਇਹ ਵੀ ਸਿਆਸਤ ਵਿੱਚ ਜਾਏਗਾ। ਬੱਚੇ ਕਈ ਵਾਰੀ ਮਾਪਿਆਂ ਦੇ ਖਿਲਾਫ ਜਾਂਦੇ ਨੇ, ਪਤਾ ਨਹੀਂ ਕੀ ਕਰੇ, ਪਰ ਮੈਂ ਇਹ ਕੀ ਸੋਚ ਬੈਠੀ ਹਾਂ। ਹਾਲੀ ਤੇ 2 ਦਿਨਾਂ ਦਾ ਵੀ ਨਹੀਂ ਹੋਇਆ ਕਿ ਮੈਂ ਇਹਦੀ ਜ਼ਿੰਦਗੀ ਦੇ ਸੁਪਨੇ ਲੈਣ ਲੱਗ ਗਈ ਹਾਂ। ਮਾਪੇ ਆਪਣੇ ਬੱਚਿਆਂ ਬਾਰੇ ਸੁਪਨੇ ਲੈਂਦੇ ਹੀ ਹੁੰਦੇ ਨੇ, ਪਰ ਉਹ ਸੁਪਨੇ ਪੂਰੇ ਨਹੀਂ ਹੁੰਦੇ। ਹੋਣ ਨਾ ਹੋਣ ਕੀ ਕਿਹਾ ਜਾ ਸਕਦਾ। ਅੱਜ ਦਾ ਪਿਓ ਇਹਨੂੰ ਮਿਲ ਕੇ ਗਿਆ, ਹੜਤਾਲ ਦਾ ਲੀਡਰ ਹੋਣ ਕਰਕੇ ਪੁਲਿਸ ਕੋਲੋਂ ਲੁਕਿਆ ਫਿਰਦਾ ਹੈ। ਕਦੋਂ ਇਹ ਹੜਤਾਲ ਮੁੱਕੇਗੀ, ਕਦੋਂ ਇਹਦਾ ਪਿਓ ਦੁਬਾਰਾ ਇਹਨੂੰ ਆ ਕੇ ਮਿਲੇਗਾ। ਅੱਜ ਤੇ ਮੀਂਹ ਕਰਕੇ ਪੁਲਿਸ ਵਾਲੇ ਅੰਦਰ ਲੁਕੇ ਹੋਏ ਸਨ ਤੇ ਦਾ ਲੱਗ ਗਿਆ। ਕੱਲ ਮੈਂ ਘਰ ਚਲੇ ਜਾਣਾ, ਫਿਰ ਕਿੱਥੋਂ ਦਾ ਲੱਗਣਾ। ਉਹਨਾਂ ਦੇ ਘਰ ਦੇ ਦੁਆਲੇ ਤੇ ਸੂਈਏ ਛੱਡੇ ਹੋਏ ਨੇ। ਇਸ ਲੁਕਣ ਮੀਟੀ ਦਾ ਵੀ ਆਪਣੇ ਮਜ਼ਾ ਹੈ। ਡਰ ਤੇ ਦਲੇਰੀ ਦੀਆਂ ਤਰੰਗਾਂ ਮਨ 'ਚ ਉੱਠਦੀਆਂ ਰਹਿੰਦੀਆਂ ਨੇ। ਉਨੀ ਐਕਸਾਈਟਮੈਂਟ ਹੁੰਦੀ ਹੈ ਜਿਹੜੀ ਬਚਪਨ 'ਚ ਲੁਕਣ ਮੀਟੀ ਖੇਡਣ ਵੇਲੇ ਹੁੰਦੀ ਸੀ। ਭਾਵੇਂ ਉਸ ਵੇਲੇ ਕੋਈ ਖਤਰਾ ਨਹੀਂ ਸੀ ਹੁੰਦਾ, ਪਰ ਡਰ ਵਰਗੀ ਐਕਸਾਈਟਮੈਂਟ ਉਨੀ ਹੁੰਦੀ ਸੀ ਜਿੰਨੀ ਇਹਨਾਂ ਗੁਪਤਵਾਸੀ ਦਿਨਾਂ ਦੀ। ਇਹ ਤਜਰਬਾ ਵੀ ਮੈਨੂੰ ਹਿੰਦੁਸਤਾਨ 'ਚ ਆ ਕੇ ਹੋਇਆ, ਨਹੀਂ ਤੇ ਵਲਾਇਤ 'ਚ ਕਦੇ ਇਹੋ ਜਿਹੀਆਂ ਭਾਜੜਾਂ ਨਹੀਂ ਸੀ ਪਈਆਂ। ਅਖੀਰਲਾ ਅੰਗ, ਚੌਥਾ ਭਾਗ, ਦੂਸਰਾ ਅੰਗ। ਚੰਡੀਗੜ੍ਹ ਜਦੋਂ ਦੇ ਆਏ ਆ, ਜ਼ਿੰਦਗੀ ਦਾ ਰੁੱਖ ਹੀ ਬਦਲ ਗਿਆ। ਭਾਵੇਂ ਇੱਥੇ ਲੁਧਿਆਣੇ ਵਰਗਾ ਭੀੜ ਭੜੱਕਾ ਕੋਈ ਨਹੀਂ, ਨਾ ਧੂੜ ਮਿੱਟੀ ਏ, ਪਰ ਫਿਰ ਵੀ ਇੰਝ ਲੱਗਦਾ ਜਿਕਣ ਰਹਿਣ ਦੇ ਰੰਗ ਢੰਗ ਕੋਈ ਵੱਖਰੇ ਨਹੀਂ। ਇੱਕ ਤੇ 3 ਬੱਚਿਆਂ ਦਾ ਪਾਲਣ ਪੋਸ਼ਣ ਹੀ ਸਾਹ ਨਹੀਂ ਲੈਣ ਦਿੰਦਾ, ਤੇ ਦੂਜਾ ਸਵੇਰੇ ਤਿਆਰ ਹੋ ਕੇ ਹਾਈਕੋਰਟ ਪਹੁੰਚਣਾ। ਬੱਚਿਆਂ ਦੇ ਹੋਣ ਤੋਂ ਪਹਿਲਾਂ ਪਾਰਟੀ ਦੇ ਕੁੱਲ ਵਕਤੀ ਵਰਕਰ ਸਾਂ, ਸਰਫੇ ਨਾਲ ਗੁਜ਼ਾਰਾ ਕਰ ਲਈਦਾ ਸੀ। ਪਹਿਲਾ ਬੱਚਾ ਤਾਈ ਜੀ ਨੇ ਪਾਲਿਆ, ਦੂਜਾ ਬੱਚਾ ਵੀ ਆਪਣੇ ਦਾਦਕੇ ਰਿਹਾ, ਫਿਰ ਤੀਜੀ ਲੜਕੀ ਹੋਈ। ਸਕੂਲੇ ਭੇਜਣ ਦਾ ਵੇਲਾ ਆ ਗਿਆ ਸੀ, ਕਿਵੇਂ ਗੁਜ਼ਾਰਾ ਹੋਵੇ। ਵਕਾਲਤ ਦੀ ਪੜ੍ਹਾਈ ਤੋਂ ਕੰਮ ਲੈਣ ਦਾ ਵੇਲਾ ਆ ਗਿਆ ਸੀ। ਇਹੀ ਸੋਚਿਆ ਕਿ ਹਾਈ ਕੋਰਟ 'ਚ ਜਾ ਕੇ ਪ੍ਰੈਕਟਿਸ ਸ਼ੁਰੂ ਕੀਤੀ ਜਾਏ। ਇਕੱਲਿਆਂ ਚੰਡੀਗੜ੍ਹ ਨਹੀਂ ਸੀ ਰਿਹਾ ਜਾ ਸਕਦਾ। ਸਬੱਬੀ ਪਾਰਟੀ ਨੇ ਕੁੰਦਨ ਨੂੰ ਵੀ ਸੂਬਾ ਕਮੇਟੀ 'ਚ ਸ਼ਾਮਲ ਕਰ ਲਿਆ। ਕੁੰਦਨ ਦਾ ਲੁਧਿਆਣਾ ਛੱਡਣ ਨੂੰ ਜੀ ਨਹੀਂ ਸੀ ਕਰਦਾ। ਉੱਥੇ ਉਹ ਸਾਰੇ ਸ਼ਹਿਰ ਦਾ ਲੀਡਰ ਸੀ, ਉਹਦੀ ਗੱਲ ਨੂੰ ਕੋਈ ਨਹੀਂ ਸੀ ਮੋੜਦਾ। ਜੇ ਕੋਈ ਮੋੜਦਾ ਵੀ ਤਾਂ ਉਹ ਪਾਰਟੀ ਸਕੱਤਰ ਹੋਣ ਕਰਕੇ ਆਪਣੀ ਗੱਲ ਮਨਵਾ ਲੈਂਦਾ। ਸ਼ਹਿਰ ਦੇ ਸਾਰੇ ਕਾਮਰੇਡਾਂ ਨੇ ਉਹਦੇ ਸਟੱਡੀ ਸਰਕਲ ਲਾਏ ਸਨ। ਉਹਦੀ ਸਰਲਤਾ, ਉਹਦੀ ਵਿਦਵਤਾ, ਉਹਦੀ ਸੁਹਿਰਦਤਾ, ਵਚਨਬੱਧਤਾ ਤੇ ਫਿਰ ਉਹਦਾ ਹਾਸਾ, ਵਿਅੰਗ, ਉਹਦੀ ਗੱਲ ਦਾ ਵੱਖਰਾ ਅੰਦਾਜ਼, ਇਹ ਸਾਰੀਆਂ ਗੱਲਾਂ ਕਰਕੇ ਸਾਰੇ ਉਹਦੀ ਰੱਜ ਕੇ ਇੱਜ਼ਤ ਕਰਦੇ, ਉਹਨੂੰ ਨਿਰਸੰਕੋਚ ਆਪਣਾ ਲੀਡਰ ਮੰਨਦੇ। ਉਹ ਲੁਧਿਆਣੇ ਦੇ ਕਾਮਰੇਡਾਂ ਦੇ ਦਿਲਾਂ ਦਾ ਰਾਜਾ ਸੀ। ਚੰਡੀਗੜ੍ਹ ਆ ਕੇ ਉਹ ਸੂਬਾ ਕਮੇਟੀ ਦੇ 32 ਮੈਂਬਰਾਂ ਵਿੱਚੋਂ ਇੱਕ ਸੀ। ਉਹਦੀ ਗੱਲ ਦਾ ਵਜ਼ਨ 1/32 ਸੀ। ਕਿੱਥੇ ਸੀ ਉਹ ਤਸੱਲੀ ਜਿਹੜੀ 100% 'ਚ ਹੋ ਸਕਦੀ ਸੀ। ਕਈ ਵਾਰੀ ਝੂਰਦਾ, ਕਈ ਵਾਰੀ ਖਿਝ ਵੀ ਜਾਂਦਾ ਕਿ ਉਹਦੀ ਗੱਲ ਦੀ ਕਦਰ ਹੀ ਨਹੀਂ ਸੀ, ਉਹਦੀ ਗੱਲ ਮੰਨੀਂਦੀ ਨਹੀਂ ਸੀ। ਹਰ ਕੋਈ ਆਪਣੇ ਆਪਣੇ ਅੰਦਾਜ਼ 'ਚ ਟਿੱਪਣੀ ਕਰਦਾ, ਰਾਏ ਦਿੰਦਾ, ਕਦੀ ਗੱਲ ਮੰਨੀ ਜਾਂਦੀ ਤੇ ਕਦੀ ਰੁੱਲ ਜਾਂਦੀ। ਕੁੰਦਨ ਨੂੰ ਇੰਝ ਲੱਗਦਾ ਜਿਕਣ ਉਹ ਇਕੱਲਾ ਰਹਿ ਗਿਆ ਹੋਵੇ। ਕੇਵਲ ਵਰਮਾ ਦਿੱਲੀ ਚਲਾ ਗਿਆ ਸੀ, ਅਖਬਾਰ 'ਚ ਕੰਮ ਕਰਦਾ ਸੀ ਤੇ ਦਿਨੋਂ ਦਿਨ ਮਸ਼ਹੂਰ ਹੋਈ ਜਾਂਦਾ ਸੀ। ਜਦੋਂ 1-2 ਵਾਰੀ ਚੰਡੀਗੜ੍ਹ ਆਇਆ ਤਾਂ ਉਹਦੀਆਂ ਗੱਲਾਂ ਤੋਂ ਇੰਝ ਲੱਗਾ ਜਿਕਣ ਉਹ ਮਾਰਕਸਵਾਦ ਤੋਂ, ਪਾਰਟੀ ਦੀ ਵੰਡ ਵੰਡਾਈ ਤੋਂ ਨਿਰਾਸ਼ ਹੋ ਗਿਆ ਹੋਵੇ। ਕੁੰਦਨ ਨੂੰ ਇਉਂ ਲੱਗਦਾ ਜਿਵੇਂ ਉਹ ਹਾਲਾਤ ਨਾਲੋਂ ਵੱਖਰਾ ਹੋ ਗਿਆ ਹੋਵੇ। ਅੱਗੇ ਨਾਲੋਂ ਵੱਡਾ ਲੀਡਰ ਬਣ ਗਿਆ ਸੀ, ਪਰ ਵੱਡਾ ਤੇ ਇਕੱਲਾ। ਭੁਪਿੰਦਰ ਸਹਿਗਲ ਜਲੰਧਰ ਲਾਅ ਕਰਨ ਚਲਾ ਗਿਆ ਸੀ ਤੇ ਉੱਥੇ ਜਾ ਕੇ ਪਰਜਾ ਸੋਸ਼ਲਿਸਟ ਪਾਰਟੀ 'ਚ ਸ਼ਾਮਲ ਹੋ ਗਿਆ। ਸਾਡੇ 'ਚ ਕੋਈ ਕਸਰ ਸੀ ਜਾਂ ਸਾਡੇ ਸਿਧਾਂਤ ਵਿੱਚ? ਕੁੰਦਨ ਨੇ ਤੇ ਕਈ ਵਾਰੀ ਇਹ ਖਿਆਲ ਵੀ ਆਉਂਦਾ ਕਿ ਇਹ ਲੋਕ ਕਿਉਂ ਪਾਰਟੀ ਤੋਂ ਦੂਰ ਜਾਂਦੇ ਪਏ ਨੇ। ਉਹਨੂੰ ਤੇ ਹਾਲੇ ਵੀ ਪਾਰਟੀ ਉੱਤੇ, ਸਿਧਾਂਤ ਉੱਤੇ ਤੇ ਸਭ ਤੋਂ ਵੱਧ ਆਪਣੇ ਆਪ ਤੇ ਭਰੋਸਾ ਸੀ,
ਪਰ ਜਦੋਂ ਦੋਸਤਾਂ ਮਿੱਤਰਾਂ ਦੇ ਭਰੋਸੇ ਨੂੰ ਡੋਲਦਾ ਤੱਕਦਾ ਤੇ ਉਦਾਸ ਹੋ ਜਾਂਦਾ। ਰਾਤੀ ਉਦਾਸ ਹੁੰਦਾ, ਸਵੇਰੇ ਉੱਠ ਕੇ ਫਿਰ ਟ੍ਰੇਡ ਯੂਨੀਅਨ ਦੇ ਦੌਰੇ ਤੇ ਚੜ ਪੈਂਦਾ, ਕਦੀ ਬੋਰ, ਕਦੀ ਤਲਵਾੜੇ, ਕਦੀ ਭਵਾਨੀ ਤੇ ਹਿਸਾਰ। ਉਦੋਂ ਹਾਲੀ ਪੰਜਾਬ ਦੀ ਵੰਡ ਨਹੀਂ ਸੀ ਹੋਈ, ਇਸ ਲਈ ਦੂਰ ਦੂਰ ਜਾਣਾ ਪੈਂਦਾ ਸੀ ਤੇ ਜਦੋਂ ਵਾਪਸ ਮੁੜਦਾ ਥੱਕਿਆ ਹੋਇਆ। ਕਈ ਵਾਰੀ ਸੋਚਦਾ, ਲੋਕ ਐਜੀਟੇਸ਼ਨ ਕਰਦੇ ਨੇ, ਸਾਨੂੰ ਅੱਗੇ ਲਾਉਂਦੇ ਨੇ, ਦੂਜੀਆਂ ਜਥੇਬੰਦੀਆਂ ਦੀ ਮਦਦ ਲੈ ਕੇ ਦੇਣ ਲਈ ਸਾਡੇ ਕੋਲ ਆਉਂਦੇ ਨੇ ਤੇ ਜਦੋਂ ਜਿੱਤ ਜਾਂਦੇ ਨੇ ਤਾਂ ਸਾਨੂੰ ਭੁੱਲ ਭੁਲਾ ਜਾਂਦੇ ਨੇ। ਵੋਟਾਂ ਪਾਉਣ ਲੱਗਿਆਂ ਫਿਰ ਮੌਕੇ ਦੀ ਸਿਆਸਤ ਦੇ ਹਿਸਾਬ ਨਾਲ ਟੁਰਦੇ ਨੇ। ਵੋਟਾਂ ਅਕਾਲੀਆਂ ਨੂੰ, ਜਨਸੰਘੀਆਂ ਨੂੰ ਜਾਂ ਕਿਸੇ ਹੋਰ ਨੂੰ ਪਾ ਦਿੰਦੇ ਨੇ। ਇਹਨਾਂ ਲੋਕਾਂ ਦਾ ਤੇ ਖਾਸਾ ਹੀ ਇਹੋ ਜਿਹਾ। ਸਾਡੇ ਵਿੱਚ ਹੀ ਕੋਈ ਕਸਰ ਹੈ ਕਿ ਅਸੀਂ ਇਹਨਾਂ ਲੋਕਾਂ ਨੂੰ ਪੱਕੀ ਤਰ੍ਹਾਂ ਆਪਣੇ ਨਾਲ ਨਹੀਂ ਰੱਖ ਸਕਦੇ। ਕੁਝ ਕਮੀ ਤੇ ਹੈ ਵੀ, ਤੇ ਭਾਵੇਂ ਸਾਡੇ 'ਚ, ਸਾਡੇ ਕੰਮ ਕਰਨ ਦੇ ਢੰਗ 'ਚ ਜਾਂ ਸਾਡੀ ਜਥੇਬੰਦੀ ਦੇ ਵਿਹਾਰ ਵਿੱਚ ਸਮਝ ਕੁਝ ਨਹੀਂ ਆਉਂਦਾ, ਕਿਉਂਕਿ ਆਪਣੇ ਕੰਮ ਦੇ ਜੋਸ਼ ਵਿੱਚ ਇਹਨਾਂ ਗੱਲਾਂ ਦਾ ਨਿਰਣਾ ਕਰਨਾ ਹੀ ਨਹੀਂ ਮਿਲਦੀ। ਜੇਕਰ ਕਿਸੇ ਗੱਲ ਦੀ ਸਮਝ ਆ ਜਾਂਦੀ ਹੈ ਤੇ ਫਿਰ ਇਹਨਾਂ ਲੋਕਾਂ ਦੇ ਆਉਣ ਦੇ ਨਾਲ ਟੁਰ ਪੈਂਦਾ। ਇਹੋ ਸੋਚ ਲੋਕਾਂ ਦੇ ਸੰਘਰਸ਼ ਵਿੱਚ ਮਦਦ ਕਰਨਾ ਸਾਡਾ ਧਰਮ ਹੈ। ਇੰਝ ਹੀ ਮਦਦ ਲੈਣ ਆਈ ਉਸ ਔਰਤ ਨਾਲ ਟੁਰਦਿਆਂ ਫਿਰਦਿਆਂ ਕੁੰਦਨ ਮੇਰੇ ਤਾਈਂ ਤੇ ਆਪਣੇ ਬੱਚਿਆਂ ਤਾਈਂ ਬਣਦੇ ਧਰਮ ਨੂੰ ਭੁਲਾ ਬੈਠਾ। ਇਹ ਗੱਲ ਕੁੰਦਨ ਨੇ ਮੈਨੂੰ ਆਪੇ ਦੱਸੀ ਸੀ। ਮੈਨੂੰ ਤੇ ਹਾਈ ਕੋਰਟ ਦੇ ਕੰਮਾਂ ਤੋਂ ਹੀ ਵੇਲ ਨਹੀਂ ਸੀ ਮਿਲਦੀ, ਬੱਚਿਆਂ ਤੋਂ ਵੇਲ ਨਹੀਂ ਸੀ ਮਿਲਦੀ। ਮੈਂ ਰੁੱਝੀ ਰਹਿੰਦੀ। ਉਹ ਇੱਥੇ ਚੰਡੀਗੜ੍ਹ ਆ ਕੇ ਇਕੱਲਾ ਤੇ ਨਿਗੂਣਾ ਮਹਿਸੂਸ ਕਰਨ ਲੱਗ ਪਿਆ ਸੀ। ਸ਼ਾਇਦ ਇਹਨਾਂ ਇਕੱਲਿਆਂ ਵੇਲਿਆਂ ਤੇ ਆਦਮੀ ਨੂੰ ਸੰਗਤ ਦੀ ਲੋੜ ਹੁੰਦੀ ਹੈ, ਪਿਆਰ ਦੀ ਲੋੜ ਹੁੰਦੀ ਹੈ। ਮੈਂ ਪੁੱਛਦੀ ਹਾਂ, ਜ਼ਿੰਦਗੀ ਇੱਕ ਦੂਜੇ ਦੇ ਗੋਡੇ ਮੁੱਢ ਬੈਠਣਾ ਹੀ ਤੇ ਨਹੀਂ? ਮਰਦ ਔਰਤ ਦਾ ਇੱਕ ਦੂਜੇ ਨੂੰ ਉਤਸ਼ਾਹ ਹੁੰਦਾ ਹੈ, ਪਰ ਸਾਰਾ ਵਕਤ ਇਕੱਠਿਆਂ ਤੇ ਨਹੀਂ ਬੀਤ ਸਕਦਾ। ਤੇ ਜੇ ਕੁੰਦਨ ਇਕੱਲਾ ਪੈ ਗਿਆ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਆਪਣਾ ਧਰਮ ਹੀ ਛੱਡ ਬੈਠੇ। ਬੰਦੇ ਨੂੰ ਆਪਣੇ ਕੰਮ ਦੀ ਲਗਨ ਹੋਵੇ ਤਾਂ ਇਹਨਾਂ ਨਿੱਕੀਆਂ ਉਦਾਸੀਆਂ ਜਾਂ ਮਾਯੂਸੀਆਂ ਨਾਲ ਤੇ ਨਿਬੜਿਆ ਜਾ ਸਕਦਾ ਹੈ। ਕਿ ਕੁੰਦਨ ਪਾਰਟੀ ਵੱਲੋਂ ਨਿਰਾਸ਼ ਸੀ? ਕਿ ਉਹ ਆਪਣੀ ਘਟੀ ਹੋਈ ਪੁੱਛ ਪ੍ਰਤੀਤ ਕਰਕੇ ਨਿਰਾਸ਼ ਸੀ? ਕਿ ਉਹ ਆਪਣੇ ਆਦਰਸ਼ ਤੋਂ ਹੰਭ ਗਿਆ ਸੀ? ਮੈਨੂੰ ਇਹਦੇ ਬਾਰੇ ਪੱਕਾ ਪਤਾ ਨਹੀਂ। ਹੋ ਸਕਦਾ ਹੈ ਸ਼ਾਇਦ ਇਹ ਸਾਰੀਆਂ ਗੱਲਾਂ ਕੁਝ ਸੱਚੀਆਂ ਹੋਣ। ਇਹ ਤੇ ਚੰਗਾ ਹੋਇਆ ਇੱਕ ਦਿਨ ਕੁੰਦਨ ਮੈਨੂੰ ਆਪੇ ਹੀ ਇਹ ਗੱਲ ਦੱਸ ਦਿੱਤੀ, ਨਹੀਂ ਤੇ ਕਿਧਰੋਂ ਹੋਰੋਂ ਪਤਾ ਲੱਗਦੀ। ਇਹ ਗੱਲਾਂ ਲੁਕੀਆਂ ਥੋੜਾ ਰਹਿੰਦੀਆਂ ਨੇ, ਕੋਈ ਨਾ ਕੋਈ ਮੇਰੇ ਤਾਈਂ ਇਹ ਖਬਰ ਲੈ ਕੇ ਪਹੁੰਚ ਹੀ ਜਾਂਦਾ। ਉਸ ਵੇਲੇ ਪਹਿਲੇ ਤੇ ਮੈਂ ਇਸ ਗੱਲ ਦਾ ਇਤਬਾਰ ਹੀ ਨਹੀਂ ਸੀ ਕਰਨਾ ਤੇ ਮੈਨੂੰ ਕੁੰਦਨ ਤੇ ਪੂਰਾ ਵਿਸ਼ਵਾਸ ਸੀ। ਪਰ ਜੇ ਕੋਈ ਖਬਰ ਖਾਤੂ ਪੱਕ ਕਰਕੇ ਦੱਸਦਾ ਤਾਂ ਪਹਿਲਾਂ ਮੈਂ ਇਹ ਗੱਲ ਬਾਰੇ ਟੋਹ ਰੱਖਣੀ ਸੀ, ਤਾੜ ਰੱਖਣੀ ਸੀ। ਕੁਝ ਗੱਲਾਂ ਸਹੀ ਹੋਣੀਆਂ ਤੇ ਕੁਝ ਨਹੀਂ ਸੀ ਹੋਣੀਆਂ। ਇਸ ਖਬਰ ਨੂੰ ਪੱਕ ਕਰਨ ਲਈ ਮੈਂ ਇੱਧਰੋਂ ਉੱਧਰੋਂ ਕੋਈ ਪੁੱਛ ਕਰਨੀ ਸੀ। ਪੁੱਛਦਿਆਂ ਮੈਨੂੰ ਝਾਕਾ ਵੀ ਆਉਣਾ ਸੀ, ਸ਼ਰਮ ਵੀ ਆਉਣੀ ਸੀ, ਤੇ ਜਿਸ ਕਿਸੇ ਨੂੰ ਨਹੀਂ ਵੀ ਸੀ ਪਤਾ ਉਹਨੂੰ ਵੀ ਪਤਾ ਲੱਗ ਜਾਣਾ ਸੀ। ਪਾਰਟੀ ਵਾਲੇ ਇਸ਼ਕ ਨੂੰ ਮਾੜਾ ਨਹੀਂ ਮੰਨਦੇ, ਪਰ ਘਰੋਂ ਬਾਹਰ ਖੇ ਖਾਣ ਦੀਆਂ ਤੇ ਕਹਾਣੀਆਂ ਟੁਰਨੀਆਂ ਹੀ ਸਨ। ਕਿਸੇ ਕੁਝ ਤੇ ਕਿਸੇ ਕੁਝ ਕਹਿਣਾ ਸੀ। ਭਾਵੇਂ ਮੈਂ ਕੁੰਦਨ ਨੂੰ ਕਸੂਰਵਾਰ ਸਮਝਦੀ ਹਾਂ, ਪਰ ਕੁੰਦਨ ਦੀਆਂ ਗੱਲਾਂ ਤੋਂ ਇਹੋ ਲੱਗਦਾ ਕਿ ਉਸ ਵਿਧਵਾ ਨੇ ਮਦਨ ਕੋਲ ਆ ਕੇ ਕੀਤੇ ਅਹਿਸਾਨ ਦਾ ਬਦਲਾ ਚੁਕਾਉਣ ਲਈ ਜ਼ੋਰ ਪਾਇਆ। ਕੁੰਦਨ ਨੇ ਨਾ ਨੁੱਕਰ ਕੀਤੀ ਸੀ, ਪਰ ਉਹ ਔਰਤ ਜਦ ਖਹਿੜੀ ਪੈ ਗਈ ਤਾਂ ਕੁੰਦਨ ਥਿੜਕ ਗਿਆ ਹੋਣਾ। ਆਪਣੇ ਮਨ ਨੂੰ ਤਸੱਲੀ ਪਈ ਦੇਣੀ ਹੈ। ਇੰਨੇ ਵਰੇ ਬੀਤਣ ਪਿੱਛੋਂ ਗੱਲ ਮਨੋਂ ਨਿਕਲ ਗਈ। ਹੁਣ ਤੇ ਉਹ ਸੁਪਨੇ ਵਾਂਗ ਵੀ ਨਹੀਂ ਜਾਪਦੀ। ਐਵੇਂ ਇੰਨਾ ਚਿਰ ਪਰੇਸ਼ਾਨੀ 'ਚ ਕੱਟੀ। ਘੜੀ ਦੀ ਘੜੀ ਦਾ ਰੋਸਾ ਸੀ, ਪਰੇਸ਼ਾਨੀ ਸੀ। ਕੁੰਦਨ ਵਿਚਾਰਾ ਇੰਨਾ ਕਸੂਰਵਾਰ ਨਹੀਂ ਸੀ। ਤੇ ਜਦੋਂ ਮੇਰੀ ਤੇ ਕੁੰਦਨ ਦੀ ਦੋਸਤੀ ਚੱਲਦੀ ਸੀ, ਉਦੋਂ ਕੁੰਦਨ ਨੇ ਵੀ ਕਈ ਵਾਰੀ ਮੇਰਾ ਹੱਥ ਘੁੱਟਿਆ ਸੀ, ਫੜਿਆ ਸੀ। ਸਾਈਕਲ ਦੇ ਡੰਡੇ ਤੇ ਬਿਠਾ ਕੇ ਘਰ ਛੱਡਣ ਜਾਂਦਿਆਂ ਮੇਰੇ ਕੰਨ ਕੋਲ ਮੂੰਹ ਕਰਕੇ ਆਪਣੀਆਂ ਕਵਿਤਾਵਾਂ ਗੁਣਗੁਣਾਈਆਂ ਸਨ। ਪਰ ਇਹਨਾਂ ਸਾਰੀਆਂ ਗੱਲਾਂ ਦੇ ਜਾਦੂ ਦੇ ਬਾਵਜੂਦ ਮੈਂ ਆਪਣਾ ਆਪ ਉਹਦੇ ਹਵਾਲੇ ਨਹੀਂ ਸੀ ਕੀਤਾ। ਕੀ ਹੋਇਆ ਜੇ ਕਦੀ ਜੱਫੀ ਪਾ ਲਈ? ਸ਼ਾਇਦ ਉਹਦੇ ਬੋਲ ਬਾਣੀ ਦਾ ਜਾਦੂ ਸੀ ਕਿ ਉਹ ਲੁਧਿਆਣੇ ਦੀਆਂ ਲੇਡੀ ਸੋਸ਼ਲ ਵਰਕਰਜ਼ ਉਹਦੇ ਨਾਲ ਸਾਂਝ ਪਾ ਲੈਂਦੀਆਂ ਸੀ, ਉਹਦੀ ਕਵਿਤਾ ਸੁਣਦੀਆਂ ਸੀ, ਉਹਦੇ ਵੱਲੋਂ ਦੱਸੀਆਂ ਗਈਆਂ ਸਿਧਾਂਤਕ ਗੱਲਾਂ ਨੂੰ ਸੁਣ ਕੇ ਪ੍ਰਭਾਵਿਤ ਹੁੰਦੀਆਂ ਸੀ, ਉਹਦੇ ਨਾਲ ਸ਼ਾਮਾਂ ਨੂੰ ਘੁੰਮਦੀਆਂ ਸੀ। ਆਪਣਾ ਆਪ ਉਹਦੇ ਹਵਾਲੇ ਵੀ ਸ਼ਾਇਦ ਕੀਤਾ ਹੋਵੇ, ਪਰ ਇਸ ਰਿਸ਼ਤੇ ਨੂੰ ਤੋੜ ਚੜਾਉਣ ਵੇਲੇ ਪਿੱਛੇ ਹਟ ਜਾਂਦੀਆਂ ਸੀ। ਮੈਂ ਹੈਰਾਨ ਹੁੰਦੀ ਕਿ ਕੁੰਦਨ ਵਰਗੇ ਸੋਹਣੇ ਤੇ ਸਿਆਣੇ ਬੰਦੇ ਨਾਲੋਂ ਆਪਣਾ ਨਾਤਾ ਕਿਵੇਂ ਤੋੜ ਲੈਂਦੀਆਂ ਸੀ। ਮੇਰੇ ਮਨ 'ਚ ਜਦੋਂ ਇਹ ਖਿਆਲ ਆਇਆ ਕਿ ਮੈਂ ਕੁੰਦਨ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਦੇ ਨੇੜੇ ਲਿਆਵਾਂ, ਉਸ ਵੇਲੇ ਤੱਕ ਮੇਰੇ ਆਪਣੇ ਉੱਤੇ ਉਹਦਾ ਜਾਦੂ ਚੱਲ ਚੁੱਕਾ ਸੀ। ਇਸ ਪਿੱਛੋਂ ਤੇ ਉਹਨੇ ਕੁੜੀਆਂ ਲਈ ਤਰੱਦਦ ਕਰਨਾ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਵਾਲੀ ਗੱਲ ਹੋ ਜਾਣੀ ਸੀ। ਪਰ ਹੁਣ ਕੁੰਦਨ ਵੱਲ ਧਿਆਨ ਨਾ ਦੇ ਕੇ ਕੰਮ 'ਚ ਰੁਝੇਵੇਂ ਸਦਕਾ ਮੈਂ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਹੁਣ ਪਛਤਾਨੀ ਆ। ਸ਼ਾਇਦ ਵਿਆਹ ਦੇ 15-20 ਸਾਲਾਂ ਪਿੱਛੋਂ ਅਸੀਂ ਔਰਤਾਂ ਆਪਣੇ ਮਰਦ ਸਾਥੀ ਦੀ ਲੋੜ ਨੂੰ ਸਮਝਣ, ਉਹਦੇ ਵੱਲ ਧਿਆਨ ਦੇਣ ਵੱਲੋਂ ਵੇਸਲੀਆਂ ਹੋ ਜਾਂਦੀਆਂ ਤੇ ਮਰਦ ਇਹ ਸਮਝ ਲੈਂਦੇ ਕਿ ਉਹ ਇਕੱਲਾ ਰਹਿ ਗਿਆ। ਫਿਰ ਉਹ ਘਰੋਂ ਬਾਹਰ ਸਾਥ ਭਾਲਦਾ ਹੈ। ਕਿ ਮੈਂ ਵੀ ਇਸ ਲਈ ਹੋ ਗਈ ਸਾਂ, ਬੱਚਿਆਂ ਵੱਲ ਵਧੇਰੇ ਗੌਰ ਕਰਨ ਲੱਗ ਪਈ ਸਾਂ? ਸ਼ਾਇਦ ਹਾਂ, ਸ਼ਾਇਦ ਨਾ।
ਮੈਂ ਸਮਝਦੀ ਸੀ ਜਿਕਣ ਮੈਂ ਕੁੰਦਨ ਨਾਲ ਮੋਢਾ ਜੋੜ ਕੇ ਜ਼ਿੰਦਗੀ 'ਚ ਜੂਝੀ ਸੀ। ਮੈਨੂੰ ਜੋ ਕੁਝ ਮਿਲਿਆ ਇਹਦੇ ਨਾਲੋਂ ਵਧੇਰੇ ਮਿਲਣਾ ਚਾਹੀਦਾ ਸੀ। ਪਿਛਲੇ 3 ਦਹਾਕਿਆਂ ਦੇ ਵਿਆਹਤਾ ਜੀਵਨ 'ਚ ਮੈਂ ਕਦੀ ਨਹੀਂ ਸੀ ਮਹਿਸੂਸ ਕੀਤਾ ਕਿ ਕੁੰਦਨ ਵੱਲੋਂ ਮੈਨੂੰ ਕੋਈ ਥੁੜ ਰਹੀ ਹੈ। ਉਹਦਾ ਹੱਸਦਾ ਚਿਹਰਾ ਤੇ ਹੱਸਦਾ ਬੋਲ ਬਹੁਤ ਸਾਰੀਆਂ ਥੋੜਾਂ ਪੂਰੀਆਂ ਕਰ ਦਿੰਦਾ ਸੀ। ਜੀ ਕਰਦਾ ਕੁੰਦਨ ਨਾਲ ਝਗੜਾ, ਉਹਨੂੰ ਆਪਣੀਆਂ ਕੁਰਬਾਨੀਆਂ ਦਾ ਮਿਹਣਾ ਮਾਰਾਂ, ਪਰ ਫਿਰ ਖਿਆਲ ਆਉਂਦਾ ਕਿ ਕੁਰਬਾਨੀਆਂ ਮੈਂ ਕੁੰਦਨ ਤੇ ਜਾਂ ਕਿਸੇ ਹੋਰ ਦੇ ਅਹਿਸਾਨ ਕਰਨ ਲਈ ਕੀਤੀਆਂ ਸੀ। ਆਪਣੀ ਲਗਨ ਤੇ ਵਿਸ਼ਵਾਸ ਨੂੰ ਮੈਂ ਕਿਸੇ ਉੱਤੇ ਕੀਤਾ ਅਹਿਸਾਨ ਨਹੀਂ ਕਹਿ ਸਕਦੀ। ਜੇ ਮੈਂ ਇੰਜ ਸੋਚਦੀ ਹਾਂ ਤਾਂ ਇਹਦਾ ਮਤਲਬ ਇਹ ਹੋਇਆ ਕਿ ਮੈਂ ਸਾਰੀ ਉਮਰ ਅਹਿਸਾਨ ਕਰਨ ਦੇ ਅਭਿਮਾਨ 'ਚ ਹੀ ਬਿਤਾ ਦਿੱਤੀ ਹੈ। ਸ਼ਾਇਦ ਇਹ ਖਿਆਲ ਮੇਰੀ ਖਿਝ ਵਿੱਚੋਂ ਹੀ ਪੈਦਾ ਹੋਇਆ, ਨਹੀਂ ਤੇ ਮੈਂ ਅੱਗੇ ਕਦੀ ਇੰਜ ਨਹੀਂ ਸੀ ਸੋਚਿਆ। ਖਿਝ ਕੇ ਬੰਦਾ ਹੋਰ ਵਧੇਰੇ ਸਵਾਰਥੀ ਹੋ ਜਾਂਦਾ ਹੈ। ਕਈ ਵਾਰੀ ਸੋਚਦੀ ਹਾਂ ਕੁੰਦਨ ਨੇ ਇੰਨੀਆਂ ਕੁੜੀਆਂ ਨਾਲ ਰੋਮਾਂਸ ਕੀਤਾ, ਕਈ ਕੁੜੀਆਂ ਦੀ ਉਹਦੇ ਨਾਲ ਨੇੜਤਾ ਬਣੀ, ਕਿਧਰੇ ਥਾਵੇਂ ਦਿਲ ਲਾਣਾ ਜਾਂ ਦਿਲ ਤਲੀ ਤੇ ਰੱਖੀ ਫਿਰਨਾ ਉਹਦੀ ਆਦਤ ਤੇ ਨਹੀਂ ਸੀ ਬਣ ਗਈ। ਅੱਗੇ ਵੀ ਤੇ ਜਦੋਂ ਕਦੀ ਇਹਨੂੰ ਜਿਹੜੀ ਕੁੜੀ ਪਾਰਟੀ ਦੇ ਨੇੜੇ ਆਉਂਦੀ ਲੱਗਦੀ ਉਸੇ ਤੇ ਹੀ ਉਹਨੇ ਡੋਰੇ ਸੁੱਟਣੇ ਸ਼ੁਰੂ ਕਰਤੇ। ਮੇਰੇ ਨਾਲ ਵੀ ਤੇ ਇੰਜ ਹੀ ਹੋਇਆ। ਉਹ ਆਪ ਕਹਿੰਦਾ ਕਿ ਮੈਂ ਦਿਲ ਫੈਂਕ ਕਾਮਰੇਡ ਸਾਂ। ਸਾਰੀਆਂ ਕੁੜੀਆਂ ਰੋਮਾਂਸ ਲੜਾ ਕੇ ਲਾਂਭੇ ਹੋ ਗਈਆਂ, ਖਾਂਦੇ ਪੀਂਦੇ ਘਰਾਂ 'ਚ ਸ਼ਾਦੀ ਕਰਾ ਕੇ ਬਹਿ ਗਈਆਂ, ਕਿਉਂਕਿ ਕੁੰਦਨ ਕੋਲ ਸਭੋ ਕੁਝ ਸੀ ਪਰ ਦੌਲਤ ਨਹੀਂ ਸੀ। ਇਸੇ ਗੱਲ ਤਾਂ ਤੇ ਆਪਣੀ ਕਵਿਤਾਵਾਂ 'ਚ ਰੋਣਾ ਰੋਂਦਾ ਸੀ। ਮੇਰੇ ਵੱਲ ਵੀ ਤੇ ਉਹ ਇਹੀ ਗੱਲ ਸੋਚਦਾ ਸੀ, ਪਰ ਮੈਂ ਜੇ ਉਹਨੂੰ ਪਸੰਦ ਕੀਤਾ ਤੇ ਆਪਣੇ ਇਰਾਦੇ ਤੇ ਪੱਕੀ ਰਹੀ। ਉਹਦੀ ਗਰੀਬੀ ਬਾਰੇ ਤੇ ਮੇਰੇ ਮਨ 'ਚ ਕਦੇ ਵੀ ਖਿਆਲ ਨਹੀਂ ਸੀ ਆਇਆ। ਮੇਰੀ ਮੰਮੀ ਜ਼ਰੂਰ ਇਸ ਗੱਲ ਦਾ ਵਿਚਾਰ ਕਰਦੇ ਸੀ। ਉਹ ਤੇ ਕਹਿੰਦੇ ਸੀ ਕਿ ਇੰਨਾ ਪੜ੍ਹਾਇਆ ਕੁੜੀ ਨੂੰ ਤੇ ਹੁਣ ਉਹਦੇ ਲਈ ਸਾਕ ਵੀ ਕੋਈ ਇਹੋ ਜਿਹਾ ਢੂੰਡੀਏ ਜਿਹੜਾ ਉਹਦੇ ਮੇਚ ਦਾ ਹੋਵੇ। ਪਰ ਮੈਂ ਉਹਨਾਂ ਨੂੰ ਆਪਣੇ ਮਨ 'ਚ ਚਲਦੀ ਲੀਲਾ ਦਾ ਕਦੇ ਵੀ ਜ਼ਿਕਰ ਨਹੀਂ ਸੀ ਕੀਤਾ। ਤੇ ਜਦੋਂ ਮੈਂ ਆਪਣੇ ਮਨ ਨਾਲ ਫੈਸਲਾ ਕਰ ਲਿਆ ਕਿ ਕੁੰਦਨ ਹੀ ਮੇਰੇ ਲਈ ਸਭ ਤੋਂ ਵਧੀਆ ਚੋਣ ਹੋਏਗੀ ਤੇ ਫਿਰ ਮੈਂ ਆਪਣੀ ਚੋਣ ਤੇ ਪੱਕੀ ਰਹੀ, ਪਿੱਛੇ ਨਹੀਂ ਹਟੀ। ਪਾਪਾ ਨੇ ਤੇ ਕਦੀ ਇਸ ਚੋਣ ਤੇ ਨੰਨਾ ਨਹੀਂ ਪਾਇਆ। ਮੇਰੀ ਮੰਮੀ ਨੇ ਬਥੇਰੇ ਤਰਫੋਡੇ ਵੀ ਸੁੱਟੇ, ਗੁੱਸਾ ਵੀ ਕੀਤਾ ਤੇ ਆਪਣੀ ਕਿਸਮਤ ਦਾ ਰੋਣਾ ਵੀ ਰੋਇਆ, ਪਰ ਉਹਨਾਂ ਨੇ ਵੀ ਕਦੀ ਕੁੰਦਨ ਨੂੰ ਕੰਗਾਲ ਨਹੀਂ ਸੀ ਕਿਹਾ, ਕਿਉਂਕਿ ਉਹਨਾਂ ਨੇ ਵੀ ਕੁੰਦਨ ਦੇ ਦਿਲ ਦਿਮਾਗ ਦੀ ਅਮੀਰੀ ਨੂੰ ਪਛਾਣ ਲਿਆ ਸੀ। ਕਾਰ ਬੰਗਲੇ ਵਾਲੇ ਮੁੰਡੇ ਦੀ ਤਮੰਨਾ ਹੀ ਰਹੀ ਉਹਨਾਂ ਦੀ। ਜਦੋਂ ਇਲੈਕਸ਼ਨਾਂ ਆਉਣ ਵਾਲੀਆਂ ਸੀ ਤੇ ਮੈਂ ਕਹਿ ਕੇ ਦਿੱਲੀ ਆਪਣੀ ਦੋਸਤ ਕੋਲ ਚਲੀ ਗਈ ਕਿ ਉੱਥੇ ਜਾ ਕੇ ਮੈਂ ਆਪਣੇ ਲਾਅ ਦੀ ਪੜ੍ਹਾਈ ਕਰ ਲਾਂਗੀ ਤੇ ਫਿਰ ਕੀਨੀਆ ਜਾ ਕੇ ਇਮਤਿਹਾਨ ਦੇ ਲਾਂਗੀ। ਦਿੱਲੀ ਪਹੁੰਚੀ ਨੂੰ 3 ਦਿਨ ਹੀ ਹੋਏ ਸੀ ਕਿ ਪਿਤਾ ਜੀ ਵੀ ਉੱਥੇ ਪਹੁੰਚ ਗਏ। ਉਹਨਾਂ ਮੈਨੂੰ ਗੁੜਗਾਉਂ ਮੇਰੀ ਦੋਸਤ ਦੇ ਘਰੋਂ ਲੈ ਆਂਦਾ ਤੇ ਅਸੀਂ ਸੁੰਦਰ ਨਗਰ 'ਚ ਚਾਚਾ ਜੀ ਦੇ ਘਰ ਠਹਿਰ ਗਏ। ਉੱਥੇ ਪਾਪਾ ਰੋਜ਼ ਕਹਿਣ, ਸੋਨੀਆ ਅਸਾਂ ਹੁਣ ਤੇਰਾ ਵਿਆਹ ਕਰ ਦੇਣਾ, ਤੇਰੀ ਮਾਤਾ ਨੂੰ ਬੁਲਾ ਲੈਂਦੇ ਹਾਂ। ਗੱਲਾਂ 'ਚ ਉਹਨਾਂ ਨੂੰ ਇੰਨਾ ਚਾਅ ਚੜਿਆ ਕਿ ਉਹਨਾਂ ਮੰਮੀ ਨੂੰ ਤਾਰ ਦੇ ਦਿੱਤੀ। ਮੈਨੂੰ ਪਹਿਲਾਂ ਨਹੀਂ ਦੱਸਿਆ। ਮੰਮੀ ਨੂੰ ਜਦੋਂ ਤਾਰ ਦੇ ਆਏ ਤਾਂ ਦੂਜੇ ਦਿਨ ਕਹਿਣ ਲੱਗੇ, ਮੈਂ ਸਟੇਸ਼ਨ ਤੇ ਤੇਰੀ ਮੰਮੀ ਨੂੰ ਲੈਣ ਚੱਲਿਆ। ਸੁਣ ਕੇ ਮੈਂ ਹੈਰਾਨ ਹੋ ਗਈ। ਕੁੰਦਨ ਨੇ ਮੇਰੇ ਕੋਲੋਂ ਵਾਅਦਾ ਲਿਆ ਸੀ ਕਿ ਦਿੱਲੀ ਜਾ ਕੇ ਮੈਂ ਉਹਨੂੰ ਨਿਤਨੇਮ ਵਾਂਗ ਰੋਜ਼ ਇੱਕ ਚਿੱਠੀ ਲਿਖਾਂਗੀ। ਸ਼ਾਇਦ ਪਾਪਾ ਨੇ ਇਹੀ ਗੱਲ ਸਹੀ ਕਰਕੇ ਮੰਮੀ ਨੂੰ ਤਾਰ ਦੇ ਕੇ ਬੁਲਾਇਆ ਸੀ। ਰੋਜ਼ ਚਿੱਠੀ ਲਿਖਦੀ ਸੀ, ਪੜ੍ਹਾਈ ਸੁਆਹ ਹੋਣੀ ਸੀ। ਮੈਨੂੰ ਵੀ ਲੱਗਦਾ ਸੀ ਕਿ ਹੁਣ ਮੈਂ ਲੁਧਿਆਣੇ ਤੋਂ ਬਾਹਰ ਨਹੀਂ ਰਹਿ ਸਕਦੀ, ਕੁੰਦਨ ਤੋਂ ਬਿਨਾਂ ਨਹੀਂ ਰਹਿ ਸਕਦੀ। ਪਾਪਾ ਕਹਿਣ ਲੱਗੇ, ਕੁੰਦਨ ਬੇਟੇ ਨੂੰ ਬੁਲਾ ਕੇ ਹੁਣੇ ਨਾ ਤੇਰਾ ਵਿਆਹ ਕਰ ਦਈਏ। ਦਿਲ 'ਚ ਮੈਂ ਕਿਹਾ, ਮੈਨੂੰ ਕੀ ਉਜਰ ਹੋ ਸਕਦਾ ਹੈ। ਫਿਰ ਮੈਂ ਆਪਣੇ ਮੂੰਹ ਇੰਨਾ ਹੀ ਕਿਹਾ ਕਿ ਲੋਕ ਕਹਿਣਗੇ ਚੰਗੀ ਕਾਹਲੀ ਪਈ। ਉੱਥੇ ਜਾ ਕੇ ਵਿਆਹ ਕਰ ਦਿੱਤਾ। ਮੰਮੀ ਦਿੱਲੀ ਪਹੁੰਚ ਗਏ। ਗੱਲਾਂ ਹੁੰਦੀਆਂ ਰਹੀਆਂ। ਸਾਰੇ ਬੜੇ ਚਾਅ 'ਚ ਜਾਪਦੇ ਸੀ। ਬੇਕਰਾਰੀ ਵਾਪਸ ਲੁਧਿਆਣੇ ਵੱਲ ਚੱਲ ਪਏ। ਉਸੇ ਵੇਲੇ ਮੈਂ ਵੀ ਖੁਸ਼ੀਆਂ ਦੀ ਸਿਖਰ ਤੇ ਸੀ। ਮੈਂ ਸਦਾ ਹੀ ਇਹ ਚਾਹਿਆ ਸੀ ਕਿ ਮੇਰੀ ਸ਼ਾਦੀ ਦੋਸਤੀ ਤੋਂ ਸ਼ੁਰੂ ਹੋਏ, ਪਿਆਰ ਨਾਲ ਹੋਵੇ, ਮਾਪਿਆਂ ਦੇ ਲੱਭੇ ਵਰ ਨਾਲ ਨਹੀਂ। ਮੇਰਾ ਤੇ ਮਾਪਿਆਂ ਦਾ ਸੋਚਣ ਢੰਗ ਵੱਖਰਾ ਸੀ। ਪਾਪਾ ਕਿਉਂਕਿ ਆਪ ਰਾਜਨੀਤੀ 'ਚ ਰਹੇ, ਜੇਲ੍ਹ ਕੱਟੀ, ਫਾਂਸੀ ਹੋਣੋਂ ਬਚੇ ਸੀ, ਇਸ ਲਈ ਉਹ ਮੇਰੀਆਂ ਸਿਆਸੀ ਸੱਧਰਾਂ ਨੂੰ ਸਮਝ ਸਕਦੇ ਸੀ, ਪਰ ਮਾਤਾ ਨੂੰ ਤੇ ਪਿਤਾ ਜੀ ਦੀ ਸਿਆਸੀ ਜ਼ਿੰਦਗੀ ਨਾਲ ਵੀ ਕੋਈ ਲਗਾਓ ਨਹੀਂ ਸੀ। ਸ਼ਾਇਦ ਅਸੀਂ ਕਿਤਾਬਾਂ ਪੜ੍ਹ ਕੇ ਜਾਂ ਆਪਣੇ ਘਰਾਂ 'ਚ ਟੁਰਦੀਆਂ ਕਥਾ ਕਹਾਣੀਆਂ ਸੁਣ ਕੇ ਜਾਂ ਆਪਣੇ ਸੰਸਕਾਰਾਂ ਕਰਕੇ ਸਾਰੇ ਰਿਸ਼ਤਿਆਂ ਬਾਰੇ ਇੱਕ ਤਸਵੀਰ ਚਿਤਵ ਲੈਂਦੇ ਹਾਂ। ਹਰ ਰਿਸ਼ਤੇ ਕੋਲੋਂ ਉਸ ਤਸਵੀਰ ਵਰਗੇ ਜਾਂ ਮਨ 'ਚ ਬਣੇ ਚਿੱਤਰ ਵਰਗੇ ਵਿਹਾਰ ਦੀ ਉਮੀਦ ਲਾ ਲੈਂਦੇ ਹਾਂ। ਮਾਪੇ ਆਪਣੇ ਬੱਚਿਆਂ ਬਾਰੇ, ਬੱਚੇ ਆਪਣੇ ਮਾਪਿਆਂ ਬਾਰੇ, ਪਤਨੀ ਪਤੀ ਬਾਰੇ ਜਾਂ ਪ੍ਰੇਮੀ ਆਪਣੀ ਪ੍ਰੇਮਿਕਾ ਬਾਰੇ ਇੱਕ ਨਿਸ਼ਚਿਤ ਜਿਹੇ ਵਿਹਾਰ ਦੀ ਆਸ ਲਾਈ ਰੱਖਦਾ ਤੇ ਜਦੋਂ ਵੀ ਇਹ ਤੋਂ ਵੱਖਰੇ ਵਿਹਾਰ ਦਾ ਸਾਹਮਣਾ ਹੁੰਦਾ ਹੈ ਸਾਨੂੰ ਹੈਰਾਨੀ ਵੀ ਹੁੰਦੀ ਹੈ, ਨਿਰਾਸ਼ਾ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ, ਜਿਕਣ ਉਦੋਂ ਮੰਮੀ ਨੂੰ ਹੋਇਆ ਸੀ ਜਾਂ ਹੁਣ ਮੈਨੂੰ ਹੋਇਆ। ਮੰਮੀ ਨੇ ਵੀ ਅਖੀਰ ਤੇ ਆਪਣੇ ਮਨ ਨੂੰ ਸਮਝਾ ਲਿਆ ਸੀ ਤੇ ਪਾਪਾ ਦੀ ਤੇ ਮੇਰੀ ਖੁਸ਼ੀ 'ਚ ਸ਼ਾਮਲ ਹੋ ਗਏ। ਲੁਧਿਆਣੇ ਪਹੁੰਚ ਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਕੁੰਦਨ ਨੂੰ ਹੈਰਾਨ ਕਰ ਦਿਆਂਗੇ। ਛੋਟੀ ਭੈਣ ਗਈ ਕਮਿਊਨ ਤੇ ਉੱਥੇ ਜੱਸੀ ਨੂੰ ਦੱਸ ਆਈ ਕਿ ਅਸੀਂ ਦਿੱਲੀੋਂ ਆ ਗਏ ਹਾਂ ਤੇ ਕੁੰਦਨ ਨੂੰ ਸਾਡੇ ਆਉਣ ਦਾ ਪਤਾ ਤੇ ਲੱਗ ਗਿਆ, ਪਰ ਸਾਡੇ ਵੱਲੋਂ ਕੋਈ ਸੁਨੇਹਾ ਨਹੀਂ ਪਹੁੰਚਿਆ ਤਾਂ ਉਹਨੇ ਸੋਚਿਆ ਕਿ ਸਾਡੀ ਵਿਆਹ ਕਰਨ ਦੀ ਮਰਜ਼ੀ ਬਦਲ ਗਈ ਹੈ। ਕੁੰਦਨ ਨੇ ਪਤਾ ਨਹੀਂ ਕੀ ਸੋਚਿਆ ਹੋਣਾ। ਤੀਜੇ ਦਿਨ ਉਹ ਨਿੰਮੋ ਝੂਣਾ ਜਿਹਾ ਆਇਆ ਤੇ ਮੇਰੇ ਪਾਪਾ ਨੇ ਹੱਸ ਕੇ ਉਹਨੂੰ ਕਿਹਾ, ਕੁੰਦਨ ਲਾਲ ਸ਼ਰਮਾ, ਤੇਰੀ ਤੇ ਸਾਰੇ ਮੁਹਾਜਾਂ ਤੇ ਜਿੱਤੀ।
ਤੇ ਫਿਰ ਮੰਮੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, ਨਹੀਂ ਤੇਰਾ ਕੈਂਠੇ ਵਾਲਾ ਆ ਗਿਆ ਪ੍ਰਾਹੁਣਾ, ਮਾਏ ਨੀ ਤੇਰੇ ਕੰਮ ਨਾ ਮੁੱਕੇ, ਦੁੱਧ 'ਚ ਕੇਸਰ ਪਾ ਕੇ ਲਿਆ ਤੇ ਮੁੰਡੇ ਨੂੰ ਪਿਲਾ। ਮੰਮੀ ਨੇ ਵੀ ਚਾਈ ਚਾਈ ਆ ਕੇ ਕੁੰਦਨ ਨੂੰ ਪਿਆਰ ਦਿੱਤਾ ਤੇ ਮੈਨੂੰ ਪੱਕਾ ਯਾਦ ਹੈ ਕਿ ਕੁੰਦਨ ਦਾ ਚਿਹਰਾ ਖਿੜ ਗਿਆ ਸੀ। ਇਲੈਕਸ਼ਨ ਮਾਰਚ ਵਿੱਚ ਸਨ। ਮੈਂ ਥਾਂ ਥਾਂ ਤੇ ਕੁੰਦਨ ਨਾਲ ਜਲਸਿਆਂ 'ਚ ਜਾਂਦੀ ਸੀ। ਸਾਰੇ ਕਹਿਣ ਲੱਗੇ, ਇੰਜ ਥਾਵੇਂ ਥਾਵੇਂ ਜਾਣਾ ਤੇ ਪੈਣਾ ਹੀ ਹੈ, ਕਿਉਂ ਨਾ ਸ਼ਾਦੀ ਕਰ ਦਈਏ। ਇਲੈਕਸ਼ਨਾਂ ਤੋਂ ਮਹੀਨਾ ਕੁ ਪਹਿਲਾਂ ਸਾਡੀ ਸ਼ਾਦੀ ਹੋ ਗਈ। ਸੋਚਣੀ ਆ ਜੀਕਨ ਮੰਮੀ ਨੇ ਹਾਲਾਤ ਨੂੰ ਮੰਨ ਲਿਆ ਸੀ, ਕੀ ਮੈਂ ਹੁਣ ਦੇ ਹਾਲਾਤ ਨੂੰ ਮੰਨ ਕੇ ਖੁਸ਼ ਰਹਿ ਸਕਾਂਗੀ? ਕੁਝ ਕਹਿ ਨਹੀਂ ਸਕਦੀ। ਕਦੀ ਸੋਚਣੀ ਆ ਕੁੰਦਨ ਨਾਲ ਰਹਿ ਕੇ ਵੀ ਮੇਰੀ ਇੱਕ ਵੱਖਰੀ ਜ਼ਿੰਦਗੀ ਹੈ, ਪਰ ਕੀ ਇੰਨੀ ਵੱਖਰੀ ਹੈ ਕਿ ਮੈਂ ਵੀ ਕੁੰਦਨ ਦੇ ਪੂਰਨਿਆਂ ਤੇ ਟੁਰਨ ਲੱਗ ਪਵਾਂ। ਜਿਵੇਂ ਇੱਕੋ ਚਾਲੇ ਚੱਲਦਿਆਂ ਜ਼ਿੰਦਗੀ ਦਾ ਸਵਾਦ ਫਿੱਕਾ ਪੈ ਜਾਂਦਾ ਹੈ, ਤਿਵੇਂ ਹੀ ਵਕਾਲਤ ਕਰਦਿਆਂ, ਪਾਰਟੀ ਦਾ ਕੰਮ ਕਰਦਿਆਂ ਸਾਡੀ ਜ਼ਿੰਦਗੀ ਦਾ ਰਸ ਵੀ ਫਿੱਕਾ ਪੈ ਗਿਆ। ਸੋਵੀਅਤ ਯੂਨੀਅਨ ਖੇਰੂ ਹੋ ਗਿਆ। ਇੱਕ ਸੁਪਨਾ, ਇੱਕ ਆਦਰਸ਼ ਟੁੱਟ ਗਿਆ। ਸਾਡੀ ਜ਼ਿੰਦਗੀ ਦਾ ਵੀ ਇੱਕ ਸੁਪਨਾ, ਇੱਕ ਆਦਰਸ਼ ਸੀ, ਉਹ ਵੀ ਟੁੱਟ ਗਿਆ। ਜਾਪਦਾ ਕਿ ਇਹ ਸੁਪਨਾ ਮੁੜ ਕੇ ਜੁੜ ਸਕੇਗਾ? ਹੁਣ ਤੇ ਇੰਜ ਲੱਗਦਾ ਹੈ ਜਿਕਣ ਦਿਨ ਕੱਟੀ ਕਰਨ ਵਾਲੀ ਗੱਲ ਹੈ। ਕੰਮ ਕੀਤਾ, ਰੋਟੀ ਕਮਾਈ, ਖਾਧੀ, ਕਿਸੇ ਦਿਨ ਅਸੀਂ ਵੀ ਮਰ ਜਾਾਂਗੇ ਪਸ਼ੂਆਂ ਹਾਰ। ਪਰ ਨਹੀਂ, ਇੱਕ ਬੰਦੇ ਦਾ ਜਾਂ ਇੱਕ ਜੋੜੇ ਦਾ ਨਾਕਾਮ ਹੋਣਾ ਸਿਧਾਂਤ ਦੀ ਨਿਸਫਲਤਾ ਨਹੀਂ ਕਹੀ ਜਾ ਸਕਦੀ। ਜੋੜੇ ਦੀ ਹਾਰ ਵੀ ਨਹੀਂ, ਮਨ ਨਿੰਮੋ ਝੂਣਾ ਹੋ ਗਿਆ। ਜੇ ਅਸੀਂ ਇਹ ਕਹਿੰਦੇ ਹਾਂ ਕਿ ਸੋਵੀਅਤ ਯੂਨੀਅਨ ਵਾਲੇ 70-75 ਸਾਲਾਂ ਵਿੱਚ ਨਵਾਂ ਇਨਸਾਨ ਨਹੀਂ ਸਿਰਜ ਸਕੇ, ਤਾਂ ਕੀ ਅਸੀਂ ਤਿੰਨਾਂ ਦਹਾਕਿਆਂ ਵਿੱਚ ਆਪਣੇ ਅੰਦਰੋਂ ਆਪਣੇ ਸੰਸਕਾਰ ਕੱਢ ਸਕੇ ਹਾਂ? ਕਿ ਅਸੀਂ ਵੀ ਉਹਨਾਂ ਹਾਰ ਹੌਲੀ-ਹੌਲੀ ਖੁਰਦੇ ਨਹੀਂ ਜਾ ਰਹੇ? ਜਾਂ ਸ਼ਾਇਦ ਕੁੰਦਨ ਵੱਲੋਂ ਹੋਈ ਨਿਰਾਸ਼ਾ ਹੀ ਮੇਰੇ ਮਨ 'ਚ ਢਹਿੰਦੀਆਂ ਕਲਾਂ ਵਾਲੇ ਸਵਾਲ ਪੈਦਾ ਕਰਦੀ ਪਈ ਹੈ। ਮੇਰੇ ਕੋਲ ਇਹਨਾਂ ਸਵਾਲਾਂ ਦੇ ਕੋਈ ਜਵਾਬ ਨਹੀਂ। ਤੁਹਾਡੇ ਕੋਲ ਹੈ? ਕੁੰਦਨ ਕਹਿੰਦਾ, ਸੋਨੀਆ ਤੂੰ ਹੀ ਦੱਸ, ਮੈਂ ਇਸ ਜੰਜਾਲ ਵਿੱਚੋਂ ਕਿਵੇਂ ਨਿਕਲਾਂ? ਮੈਂ ਕੀ ਦੱਸ ਸਕਦੀ ਹਾਂ? ਕੋਈ ਵੀ ਨਹੀਂ ਦੱਸ ਸਕਦਾ। ਉਹਦਾ ਆਪਣਾ ਤਨ ਮਨ ਆਪ ਹੀ ਇਹਦੇ ਤੋਂ ਖਹਿੜਾ ਛੁਡਾ ਸਕੇ ਤੇ ਛੁਡਾ ਸਕੇ। ਕਿ ਤਨ ਦੀ ਖਿੱਚ ਮਨ ਦੀ ਦ੍ਰਿੜਤਾ ਨਾਲੋਂ ਵੀ ਵਧੇਰੇ ਤਾਕਤਵਰ ਹੁੰਦੀ ਹੈ? ਹੁਣ ਤਾਂ ਇੰਜ ਲੱਗਦਾ ਹੈ ਜੀਕਣ ਜਿੱਥੇ ਗਈਆਂ ਬੇੜੀਆਂ ਉੱਥੇ ਗਏ ਮੱਲਾ। ਧੰਨਵਾਦ।